ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 10 ਅਪ੍ਰੈਲ ਦਿਨ ਸੋਮਵਾਰ 'ਤੇ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਕਮਾਂ ਲਈ ਸ਼ਰਮਨਾਕ ਜਿਹੜੀ ਗੱਲ ਆ, ਕਈ ਦਿਨਾਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਰੁਲ ਰਹੇ ਕਿਸਾਨ ਅੱਜ ਨੰਗੇ ਹੋ ਗਏ। ਵੈਸੇ ਨੰਗੇ ਤੇ ਕਦੇ ਹੋਏ, ਨੰਗੇ ਤੇ ਹਾਕਮ ਹੀ ਹੋ ਗਏ ਕਿ ਇਸ ਮੁਲਕ ਦੇ ਵਿੱਚ ਕਿਸਾਨ ਦਾ ਹਾਲ ਕੀ ਹੈ ਉਹ ਅੱਜ ਦੁਨੀਆ ਨੇ ਵੇਖਿਆ ਤੇ ਹੈ ਘੱਟੋ ਘੱਟ। ਵੈਸੇ ਸਾਡੇ ਮੀਡੀਆ ਨੂੰ ਤੇ ਦਿਖੇ ਨਹੀਂ ਇਹ, ਕਈ ਦਿਨ ਹੋ ਗਏ ਆ ਵਿਚਾਰੇ ਗਲਾਂ ਦੇ ਵਿੱਚ ਖੋਪੜੀਆਂ ਪਾ ਕੇ ਉੱਥੇ ਬੈਠੇ ਆ। ਆਪਦੇ ਸਾਥੀ ਜਿਹੜੇ ਇਹਨਾਂ ਦੇ ਮਰ ਗਏ ਉਹਨਾਂ ਦੇ ਜਿਹੜੇ ਹੱਡ ਉਹ ਬਚੇ ਖੁਚੇ ਉੱਥੇ ਪਾ ਕੇ ਬੈਠੇ ਆ ਗਲਾਂ ਦੇ ਵਿੱਚ। ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਦੱਸਿਆ ਨਹੀਂ ਜਾ ਕੇ ਕਿ ਹਾਂ ਭਾਈ ਦੱਸੋ ਤੁਸੀਂ ਕਾਹਤੋਂ ਆਏ ਹੋ, ਇੱਥੇ ਕੀ ਦੁੱਖ ਤਕਲੀਫ ਹੈ ਤੁਹਾਨੂੰ। ਪ੍ਰਿੰਟ ਮੀਡੀਆ ਉਨੀਆਂ ਕੋਈ ਖਬਰਾਂ ਛਾਪ ਛੱਡਦਾ, ਉਹ ਚਲੋ ਲੋਕ ਪੜ੍ਹਦੇ ਵੀ ਨਹੀਂ ਉਹੋ ਜਿਹੀਆਂ ਖਬਰਾਂ ਅੱਜ ਕੱਲ੍ਹ। ਜਿਹੜਾ ਅੱਜ ਵਾਪਰਿਆ ਬੜਾ ਵਾਕਿਆ ਹੀ ਸ਼ਰਮਨਾਕ ਸੀ ਹਾਕਮਾਂ ਲਈ। ਔਰ ਸ਼ਰਮਨਾਕ ਇਸ ਕਰਕੇ ਸੀਗਾ ਕਿਉਂਕਿ ਇੱਕ ਪਾਸੇ ਇੱਥੇ ਸਾਡੇ ਪ੍ਰਧਾਨ ਮੰਤਰੀ ਆ ਜਿਹੜੇ ਨਰਿੰਦਰ ਮੋਦੀ ਸਾਹਿਬ, ਉਹ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਨਾਲ ਲੈ ਕੇ ਤੇ ਉਹ ਸੈਰਾਂ ਕਰਾਉਂਦੇ ਫਿਰਦੇ ਸਨ। ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਇਹ ਸਭ ਕੁਛ ਉਹਦੇ ਦਫ਼ਤਰ ਦੇ ਬਾਹਰ ਵਾਪਰਨ ਡਿਆ ਸੀ। ਦਫ਼ਤਰ ਦੇ ਬਾਹਰ ਇਸ ਕਰਕੇ ਵਾਪਰਿਆ ਕਿਉਂਕਿ ਪਹਿਲਾਂ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿਸਾਨਾਂ ਨੂੰ, ਅੱਜ ਤੁਹਾਨੂੰ ਨਰਿੰਦਰ ਮੋਦੀ ਸਾਹਿਬ ਮਿਲਣਾ ਚਾਹੁੰਦੇ ਆ ਜੀ। ਜਦੋਂ ਨਰਿੰਦਰ ਮੋਦੀ ਸਾਹਿਬ ਦੇ ਦਫ਼ਤਰ 'ਚ ਲੈ ਗਏ ਇਹਨਾਂ ਦੇ ਮੁੱਤਬਰਾਂ ਨੂੰ, ਉੱਥੇ ਜਾ ਕੇ ਕਹਿੰਦੇ ਜੀ ਏਦਾਂ ਕਰੋ ਤੁਸੀਂ ਆਪਣਾ ਮੰਗ ਪੱਤਰ ਫੜਾ ਜਾਓ। ਨਰਿੰਦਰ ਮੋਦੀ ਸਾਹਿਬ ਹੈ ਨਹੀਂ ਗੇ। ਉਹਨਾਂ ਨੇ ਕੀ ਗੱਲ ਆ, ਇੱਕ ਤੇ ਅਸੀਂ ਸੜਕਾਂ ਤੇ ਰੁਲ ਰਹੇ ਇੰਨੇ ਹਫ਼ਤਿਆਂ ਤੋਂ, ਉੱਤੋਂ ਤੁਸੀਂ ਸਾਡੇ ਨਾਲ ਆਹ ਮਜ਼ਾਕ ਕਰਨ ਡਏ ਜੇ। ਫਿਰ ਆਖਰ ਉਹਨਾਂ ਨੇ ਹਾਰ ਕੇ ਇਹ ਰਸਤਾ ਚੁਣਿਆ ਕਿ ਉਹ ਉੱਥੋਂ ਦਫ਼ਤਰ ਤੋਂ ਬਾਹਰ ਆ ਗਏ ਤੇ ਦਫ਼ਤਰ ਦੇ ਬਾਹਰ ਜਿਹੜੀ ਸੜਕ ਬਣੀ ਸੀ ਉਹਦੇ ਤੇ ਅਲਫ ਲੱਗੇ ਹੋ ਕੇ ਲੇਟਣ ਲੱਗ ਪਏ। ਹਾਲਾਂਕਿ ਪੁਲਿਸ ਨੇ ਦਵਾ ਦਵ ਫੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ, ਪਰ ਉਦੋਂ ਤੱਕ ਉਹ ਅਲਫ ਲੱਗੇ ਹੋ ਕੇ ਲੇਟ ਚੁੱਕੇ ਸਨ। ਤਸਵੀਰਾਂ ਉਹਨਾਂ ਦੀਆਂ ਸਾਰੇ ਸੰਸਾਰ ਦੇ ਵਿੱਚ ਤੁਸੀਂ ਦੇਖ ਲਈਆਂ ਹੋਣੀਆਂ, ਵਾਇਰਲ ਹੋਈਆਂ ਪਈਆਂ ਸੋਸ਼ਲ ਮੀਡੀਆ ਤੇ ਵੀ। ਇਲੈਕਟ੍ਰੋਨਿਕ ਮੀਡੀਆ ਤਾਂ ਹਾਲੇ ਵੀ ਸੁੱਤਾ ਹੀ ਆ ਔਰ ਉਹ ਤੇ ਮੇਰੇ ਖਿਆਲ ਦੇ ਨਾਲ ਇਹ ਇਸ ਦੌਰ ਚੋਂ ਗੁਜ਼ਰਦਾ ਪਿਆ ਕਿ ਜੇ ਰਾਤ ਨੂੰ ਕਿਤੇ ਨਰਿੰਦਰ ਮੋਦੀ ਪੈਰਾਂ ਦੀਆਂ ਤਲੀਆਂ ਨੂੰ ਜ਼ਹਿਰ ਲਾ ਕੇ ਸੌਂ ਜਾਵੇ ਤੇ ਮੇਰੇ ਖਿਆਲ ਦੇ ਨਾਲ ਅੱਧੇ ਤੋਂ ਜ਼ਿਆਦਾ ਚੈਨਲ ਤੜਕੇ ਖਤਮ ਹੋਏ ਪਏ ਹੋਣਗੇ ਤੜਕੇ। ਸੋ ਇਹ ਜਿਹੜੇ ਅੱਜ ਦੇ ਕਿਸਾਨ ਸੀਗੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਚਲੋ ਉੱਥੋਂ ਚੱਕਿਆ ਵੀ ਗਿਆ। ਪਰ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਦੀ ਤਕਲੀਫ ਕੋਈ ਨਹੀਂ ਸੁਣਦਾ ਪਿਆ, ਕੋਈ ਇਹਨਾਂ ਦੇ ਹੱਲ ਸੁਝਾਉਂਦਾ ਨਹੀਂ ਪਿਆ, ਕੋਈ ਉਹਨਾਂ ਨੂੰ ਦਿਲਾਸਾ ਵੀ ਨਹੀਂ ਦਿੰਦਾ ਪਿਆ। ਕਿੰਨਾ ਕੁ ਚਿਰ ਚੱਲੇਗਾ ਕੰਮ। ਜਿਵੇਂ ਉਹ ਕਿਸਾਨ ਇੱਕ ਕਵਿਤਾ ਦੇ ਵਿੱਚ ਕਹਿੰਦਾ ਕਿ ਇਨ ਹਲਕੀ ਮੁੱਠੀਆਂ का पकड़ने वालों की मौत का तमाशा न समझे, इन हल्की मुठियां को पकड़ने वालों की मौत का तमाशा न समझे, इन हाथों ने बड़े से बड़े तख्तो ताज भी पलटे हैं। कितना कुछ चिर इस तरह रुलन खुलणगे, अखीर जे गला नूं आउण लग पए ते गल माड़ी होनी है। सोचना चाहिए, इन्हां बारे विचारना चाहिए कि जो दुख तकलीफा की ਉਹ ਕਹਿੰਦੇ ਕਿ ਕੇਂਦਰੀ ਬੈਂਕਾਂ ਦੇ ਜਿਹੜੇ ਸਾਡੇ ਕਰਜ਼ੇ ਆ ਉਹਨਾਂ 'ਚ ਸਾਨੂੰ ਰਹਿਤ ਦਿਓ, ਮਾਫੀ ਦਿਓ। ਦੂਜਾ ਇਹ ਆ ਕਿ ਜਿਹੜੇ ਸਾਡੇ ਫਸਲਾਂ ਦੇ ਭਾਅ ਆ ਉਹਨਾਂ ਨੂੰ ਸਾਡੀ ਜਿਹੜੀ ਲਾਗਤ ਹੈ ਉਹਦੇ ਹਿਸਾਬ ਦੇ ਨਾਲ ਸਾਡਾ ਜੋੜ ਕੇ ਮੁਨਾਫਾ ਉਹ ਸਾਡੇ ਪੂਰੇ ਭਾਅ ਦਿਓ। ਹੋਰ ਉਹਨਾਂ ਦੀ ਕੋਈ ਮੰਗ ਨਹੀਂ। ਪਰ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦੀਆਂ ਉਹ ਮੰਗਾਂ ਕੋਈ ਸੁਣਨ ਨੂੰ ਤਿਆਰ ਹੀ ਨਹੀਂ। ਜੀ ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਜਸੂਸੀ ਦੇ ਦੋਸ਼ਾਂ ਹੇਠ ਫੜੇ ਗਏ ਕੁਲਭੂਸ਼ਣ ਯਾਦਵ ਨੂੰ ਪਾਕਿਸਤਾਨ ਨੇ ਸਜ਼ਾਏ ਮੌਤ ਦੀ ਸਜ਼ਾ ਸੁਣਾਈ।
ਦੇਖੋ, ਇਹ ਬਹੁਤ ਵੱਡੀ ਖਬਰ ਹੈ। ਕੁਲਭੂਸ਼ਣ ਜਾਧਵ ਉਸ ਸਮੇਂ ਸੁਰਖੀਆਂ ਦੇ ਵਿੱਚ ਆਇਆ ਸੀਗਾ ਜਿਸ ਸਮੇਂ ਸਾਡੇ ਤੇ ਭਾਰਤ ਪਾਕਿਸਤਾਨ ਦੇ ਦਰਮਿਆਨ ਪਿਛਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਬੜੀ ਕੁੜੱਤਣ ਕੁੜੀ ਹੋਈ ਸੀ ਜੀ। ਉਸ ਸਮੇਂ ਕੁਲਭੂਸ਼ਣ ਜਾਧਵ ਦੀ ਗ੍ਰਿਫਤਾਰੀ ਹੋਈ। ਕੁਲਭੂਸ਼ਣ ਜਾਧਵ ਦੀ ਇੱਕ ਵੀਡੀਓ ਸਾਰਿਆਂ ਨੇ ਵੇਖੀ ਜਿਹਦੇ ਚ ਉਹ ਇਕਬਾਲ ਕਰਦਾ ਕਿ ਜੀ ਮੈਂ ਨੇਵੀ ਦਾ ਮੁਲਾਜ਼ਮ ਆ, ਮੈਂ ਇੱਥੇ ਜਾਸੂਸੀ ਕਰਨ ਆਇਆ। ਉਸ ਵੀਡੀਓ ਨੇ ਕਾਫੀ ਭਾਰਤ ਨੂੰ ਕਾਫੀ ਸਵਾਲ ਖੜੇ ਕੀਤੇ ਸਨ। ਭਾਰਤ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀਗਾ ਕਿ ਇਹ ਸਾਡਾ ਨੇਵੀ ਦਾ ਕਰਮਚਾਰੀ ਨਹੀਂ ਹੈ, ਨੇਵੀ ਦਾ ਸਾਡੀ ਦਾ ਇਹ ਸੈਨਿਕ ਨਹੀਂ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਉਹਦੇ ਤੇ ਮੁਕੱਦਮਾ ਇਹਨਾਂ ਨੇ ਜਾਸੂਸੀ ਦਾ ਹੀ ਚਲਾਇਆ ਔਰ ਚੱਲਣਾ ਵੀ ਸੀਗਾ। ਇਹਨਾਂ ਦੀ ਫੌਜੀ ਕੋਰਟ ਦੇ ਵਿੱਚ ਉਹ ਮੁਕੱਦਮਾ ਚੱਲਿਆ ਔਰ ਚੱਲਿਆ ਵੀ ਬੜੀ ਤੇਜ਼ੀ ਦੇ ਨਾਲ। ਅੱਜ ਇਹਦਾ ਫੈਸਲਾ ਆ ਗਿਆ ਜਿਹੜਾ ਉਹਨਾਂ ਨੇ ਫੀਲਡ ਜਨਰਲ ਕੋਰਟ ਮਾਰਸ਼ਲ ਕੀਤਾ ਸੀ ਉਹਦੇ ਤਹਿਤ ਉਹਨਾਂ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਹਾਲਾਂਕਿ ਭਾਰਤ ਨੇ ਬਹੁਤ ਤਿੱਖਾ ਪ੍ਰਤੀਕਰਮ ਦਿੱਤਾ। ਉਹ ਕਹਿੰਦੇ ਕਿ ਇਹ ਇੱਕ ਵਿਉਂਤਬੱਧ ਹੱਤਿਆ, ਇਹ ਕੋਈ ਫੈਸਲਾ ਨਹੀਂ ਗਾ। ਅਸਲ ਦੇ ਵਿੱਚ ਇਹ ਹੈ ਕਿ ਜਿਹੜੀ ਫੌਜੀ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੈ, ਸਜ਼ਾ ਸੁਣਾਈ ਹੈ, ਉਸ ਕੋਰਟ ਦੇ ਜਿਹੜੇ ਨੇਮ ਕਾਇਦੇ ਆ ਉਹ ਇਹ ਆਂਦੇ ਆ ਕਿ ਗਾਂ ਇਹ ਅਪੀਲ ਨਹੀਂ ਕਰ ਸਕਦਾ। ਮਸਲਨ ਜਿੱਦਾਂ ਆਮ ਕੈਦੀ ਹੁੰਦਾ ਉਹ ਹਾਈ ਕੋਰਟ ਚੋਂ ਇਸ ਤਰ੍ਹਾਂ ਦੀ ਸਜ਼ਾ ਪਾ ਲੈਂਦਾ, ਅੱਗੇ ਸੁਪਰੀਮ ਕੋਰਟ 'ਚ ਅਪੀਲ ਦਾਇਰ ਕਰ ਦਿੰਦਾ। ਸੁਪਰੀਮ ਕੋਰਟ 'ਚ ਜੇ ਫਿਰ ਅਪੀਲ ਰਿਜੈਕਟ ਹੋ ਜਾਵੇ ਅੱਗੇ ਉਹ ਰਾਸ਼ਟਰਪਤੀ ਕੋਲ ਰਹਿਣ ਦੀ ਅਪੀਲ ਕਰ ਸਕਦਾ। ਪਰ ਇਹਦੇ 'ਚ ਕੋਈ ਵੀ ਅਪੀਲ ਦਲੀਲ ਨਹੀਂ, ਯਾਨੀ ਕਿ ਉਹਦੇ ਲਈ ਦਰਵਾਜ਼ੇ ਇੱਥੇ ਇੱਕ ਵਾਰੀ ਬੰਦ ਹੋ ਜਾਂਦੇ ਆ। ਜੇ ਇਹ ਹੁਣ ਕੋਈ ਕੌਮਾਂਤਰੀ ਪੱਧਰ ਦਾ ਕੋਈ ਦਬਾਅ ਪਾਉਂਦੇ ਆ, ਕੋਈ ਗੱਲਬਾਤ ਰਾਹੀਂ ਹੱਲ ਕੱਢ ਲੈਂਦੇ ਆ, ਫਿਰ ਤੇ ਮਸਲਾ ਜਿਹੜਾ ਸ਼ਾਇਦ ਉਹ ਪਲਟ ਜਾਵੇ। ਨਹੀਂ ਤੇ ਇਸ ਸਮੇਂ ਕੁਲਭੂਸ਼ਣ ਜਾਧਵ ਲਈ ਸਥਿਤੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਬਣ ਗਈ ਹੈ ਜਿਵੇਂ ਕਹਿੰਦੇ ਹੁੰਦੇ ਨਾ ਕਿ ਫਸ ਗਈ ਜਾਨ ਸਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ। ਇਸ ਸਮੇਂ ਕੁਲਭੂਸ਼ਣ ਜਾਧਵ ਲਈ ਬਹੁਤ ਜ਼ਿਆਦਾ ਔਖ ਹੋ ਗਈ ਹੈ। ਉਸ ਤਰ੍ਹਾਂ ਜੇ ਆਪਾਂ ਦੇਖੀਏ ਉਹਦੀ ਵੀਡੀਓ ਮੈਂ ਵੀ ਦੇਖੀ ਸੀ ਉਸ ਸਮੇਂ ਜਦੋਂ ਇਹਨੂੰ 3 ਮਾਰਚ 2016 ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਉਹ ਕਹਿੰਦਾ ਹੈ ਕਿ ਮੈਂ ਨੇਵੀ ਦਾ ਕਰਮਚਾਰੀ ਹਾਂ। ਆਮ ਤੌਰ ਤੇ ਜਿਹੜੇ ਰਾਓ ਵਾਲੇ ਆ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਆਪਦੇ ਜਿਹੜੇ ਸਰਵਿਸ ਵਾਲੇ ਹੁੰਦੇ, ਕਰੰਟ ਮੌਕੇ ਤੇ ਸਰਵਿਸ ਕਰਦੇ ਹੁੰਦੇ ਆ, ਉਹਨਾਂ ਨੂੰ ਨਹੀਂ ਭੇਜਦੇ, ਰਿਟਾਇਰ ਬੰਦਿਆਂ ਨੂੰ ਭੇਜਦੇ ਆ ਜਾਂ ਬਾਹਰਲੇ ਬੰਦਿਆਂ ਨੂੰ ਏਜੰਟ ਬਣਾ ਕੇ ਭੇਜਦੇ ਆ। ਸਰਵਿਸ ਵਾਲੇ ਬੰਦੇ ਨੂੰ ਨਹੀਂ ਭੇਜਦੇ। ਦੂਜੀ ਗੱਲ ਆ ਕਿ ਨੇਵੀ ਆਪਣੇ ਬੰਦੇ ਕਿਉਂ ਦੇਊਗੀ ਰਾਹ ਨੂੰ, ਬੜਾ ਫਿਰ ਉਲਟਾ ਕਸੂਤਾ ਹੋ ਜਾਏਗਾ ਕੰਮ। ਬਟ ਤੀਜੀ ਗੱਲ ਇਹ ਆ ਕਿ ਉਹਨੂੰ ਚਾਰਬਾਹਾ ਬੰਦਰਗਾਹ ਤੋਂ ਫੜਿਆ ਸੀ ਇਹਨਾਂ ਨੇ। ਕਹਿੰਦੇ ਸੀ ਕਿ ਚਾਰਬਾਗ ਬੰਦਰਗਾਹ ਤੇ ਰਹਿ ਕੇ ਸਭ ਕੁਛ ਇਕੱਠਾ ਕਰਦਾ ਸੀ। ਚਾਰਬਾਗ ਬੰਦਰਗਾਹ ਜਿਹੜੀ ਉਹ ਇਰਾਨ ਦੇ ਨਾਲ ਲੱਗਦੀ ਹੈ, ਜਾ ਕੇ ਇਰਾਨ ਦੇ ਵਿੱਚ ਹੀ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ। ਉੱਥੇ ਰਹਿ ਕੇ ਉਹ ਬਲੋਚਿਸਤਾਨ ਲਈ ਜਾਣਕਾਰੀਆਂ ਕਿਵੇਂ ਇਕੱਠੀਆਂ ਕਰਦਾ ਸੀ। ਇਹ ਬੜੇ ਸਾਰੇ ਸਵਾਲ ਸੀਗੇ। ਹੋ ਸਕਦਾ ਜਿਹੜਾ ਉਹ ਵੀਡੀਓ ਆ ਕਿ ਉਹਨੂੰ ਪ੍ਰੈਸ਼ਰਾਈਜ਼ ਕਰਕੇ ਬਣਵਾਇਆ ਗਿਆ ਹੋਵੇ, ਪਰ ਜੋ ਮਰਜ਼ੀ ਆ ਇਸ ਸਮੇਂ ਉਹਨਾਂ ਨੇ ਸਭ ਕੁਛ ਹੈ ਜਿਹੜਾ ਉਹ ਸੱਚ ਬਣਾ ਕੇ ਤੇ ਆਪਦਾ ਫੈਸਲਾ ਸੁਣਾ ਦਿੱਤਾ। ਸੋ ਉਸ ਫੈਸਲੇ ਨੂੰ ਕਿਵੇਂ ਟਾਲਿਆ ਜਾ ਸਕਦਾ, ਕਿਵੇਂ ਰੋਕਿਆ ਜਾ ਸਕਦਾ, ਉਹ ਭਾਰਤ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਏਗੀ। ਜੀ ਮਿੰਟੋ ਜੀ। ਤੇ ਅਗਲੀ ਆਪਾਂ ਗੱਲ ਕਰੀਏ ਵੀ ਆਖਰ ਸੰਸਦ ਵਿੱਚ ਅਕਾਲੀ ਬੋਲ ਹੀ ਪਏ ਆਪਣੀ ਸਰਕਾਰ ਖਿਲਾਫ। ਉਹ ਕਹਿੰਦੇ ਹੁੰਦੇ ਨਾ ਕਿ फाजिल ने लिखा सीगा कि समझौतों की भीड़ भाड़ में सबसे रिश्ता छूट गया, इतने घुटने टेके हमने कि आखिर घुटना टूट गया। तो आखिर गोडा भी कई बार टुट जाता। इन्होंने वैसे भारतीय जनता पार्टी के पंजाब च बहुत गोडे टकाए आपदे अगे ते आपदे उत्थे दिल्ली च टेके भी बहुत आ गोडे, पर टेकिया टकाया दे विच अज अखीरी इन्होंने सिर भी चुक्या। चलो किसी मुद्दे ते बोले आ, उत्थे संसद दे विच खुल के बोले आ, चंगी गल आ। असल दे विच ये भी काम है जिहड़ा ਉਹ ਗੋਡੇ ਟੇਕਣ ਟਿਕਾਉਣ ਵਾਲਾ ਵੀ ਆਮ ਆਦਮੀ ਪਾਰਟੀ ਵਾਲਾ ਕੀਤਾ ਤੇ ਸਿਰ ਚੁੱਕਣ ਚੁਕਾਉਣ ਵਾਲਾ ਵੀ ਆਮ ਆਦਮੀ ਪਾਰਟੀ ਵਾਲੇ ਕਰਵਾਇਆ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਥੇ ਇੱਕ ਮੁੱਦਾ ਬਣਾ ਦਿੱਤਾ, ਇੱਕ ਇਸ਼ੂ ਖੜਾ ਕਰ ਦਿੱਤਾ। ਉਹ ਕਹਿੰਦੇ ਕਿ ਓਨਟਾਰੀਓ ਦੇ ਵਿੱਚ ਜਿਹੜਾ ਉਹਨਾਂ ਨੇ ਮਤਾ ਪਾ ਕੇ ਨਸਲਕੁਸ਼ੀ ਨੂੰ ਪ੍ਰਵਾਨ ਕੀਤਾ ਉੱਥੇ, ਤਾਂ ਕੇਂਦਰ ਨੇ ਜਿਹੜਾ ਵਿਰੋਧ ਕੀਤਾ, ਕੇਂਦਰ ਨੇ ਜਿਹੜਾ ਇਹ ਬਿਆਨ ਦਿੱਤਾ ਕਿ ਉਹਨਾਂ ਨੇ ਗਲਤ ਕੀਤਾ ਹੈ, ਇਹ ਫੈਸਲਾ ਵਾਪਸ ਲਿਆ ਜਾਵੇ, ਤਾਂ ਜਿਹੜਾ ਉਹ ਵਿਰੋਧ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਵਿੱਚ ਸੀ ਜਾਂ ਨਹੀਂ, ਜੇ ਨਹੀਂ ਤੇ ਫਿਰ ਇਹ ਕੰਡੈਮ ਕਰਨ ਉਸ ਚੀਜ਼ ਨੂੰ, ਉਸ ਚੀਜ਼ ਦਾ ਖੰਡਨ ਕਿਉਂ ਨਹੀਂ ਕਰਦੇ। ਇਹ ਫੂਲਕਾ ਸਾਹਿਬ ਨੇ ਮੁੱਦਾ ਜਿਹੜਾ ਚੁੱਕ ਲਿਆ। ਹੁਣ ਜੇ ਇਹ ਇਸ ਮੁੱਦੇ ਤੇ ਬੋਲਦੇ ਨਹੀਂ ਸਨ ਤੇ ਇਹਨਾਂ ਦੀ ਜਾ ਜਾਂਦੀਆਂ ਹੋ ਜਾਣੀ ਸੀ, ਕਿਉਂਕਿ ਸਾਰੀ ਜ਼ਿੰਦਗੀ ਇਹ ਇਸ ਮੁੱਦੇ ਤੇ ਤਾਂ
ਰਾਜਨੀਤੀ ਕਰਦੇ ਰਹੇ ਆ। ਔਰ ਦੂਜੀ ਗੱਲ ਆ ਕਿ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਜਿੱਥੋਂ ਭਾਸ਼ਣ ਸ਼ੁਰੂ ਕਰਦਾ ਉਹਦਾ ਜਿਹੜਾ ਮੁੱਢਲਾ ਅੰਤਰਾ ਹੁੰਦਾ ਉਹ ਇੱਥੋਂ ਹੀ ਹੁੰਦਾ ਕਿ ਕਾਂਗਰਸ ਪੰਜਾਬ ਦੀ ਦੁਸ਼ਮਣ ਆ। ਜੇ ਅੱਜ ਚੁੱਪ ਰਹਿ ਜਾਂਦੇ ਤੇ ਫਿਰ ਉਹ ਤੇ ਸਾਰਾ ਕੁਛ ਹੀ ਖਤਮ ਹੋ ਜਾਣਾ ਸੀਗਾ। ਉਹ ਤੇ ਇਹਨਾਂ ਲਈ ਮੁੱਦਾ ਹੀ ਹੈ ਜਿਹੜਾ ਉਹ ਟੁੱਟ ਜਾਣਾ ਸੀਗਾ। ਸੋ ਇਸ ਕਰਕੇ ਇਹਨਾਂ ਨੇ ਅੱਜ ਅਸੈਂਬਲੀ ਦੇ ਵਿੱਚ ਮੁੱਦਾ ਚੁੱਕਿਆ। ਨਰੇਸ਼ ਗੁਜਰਾਲ ਹੈ ਜਿਹੜੇ ਰਾਜ ਸਭਾ ਦੇ ਮੈਂਬਰ, ਉਹਨਾਂ ਨੇ ਸਿਫਰ ਕਾਲ ਦੇ ਦੌਰਾਨ ਇਹ ਮੁੱਦਾ ਚੁੱਕ ਕੇ ਆਖਿਆ, ਉਹਨਾਂ ਆਖਿਆ ਕਿ ਭਾਰਤ ਸਰਕਾਰ ਨੇ ਜਿਹੜਾ ਉਹ ਬਿਆਨ ਦਿੱਤਾ ਹੈ ਉਹ ਬਿਆਨ ਵਾਪਸ ਲਿਆ ਜਾਵੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਵੈਸੇ ਮੁੱਦਾ ਚੁੱਕਿਆ ਸੀਗਾ, ਨਰੇਸ਼ ਗੁਜਰਾਲ ਨੇ ਇਸ ਮੁੱਦੇ ਤੇ ਅੱਗੇ ਆਪਣੀ ਗੱਲ ਤੋਰੀ ਆ। ਉਂਝ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਾਹਵਾ ਗੱਲਬਾਤ ਉੱਥੇ ਕੀਤੀ ਆ। ਇਸ ਗੱਲੋਂ ਚੰਦੂਮਾਜਰਾ ਸਾਹਿਬ ਕਈ ਵਾਰੀ ਚੰਗੇ ਵੀ ਲੱਗਦੇ ਆ ਕਿ ਜਦੋਂ ਫਿਰ ਪੈਂਦੇ ਆ ਤੇ ਉੱਥੇ ਬੋਲਣ ਨਹੀਂ ਦਿੰਦੇ। ਵੈਸੇ ਹਿੰਦੀ, ਪੰਜਾਬੀ, ਅੰਗਰੇਜ਼ੀ ਸਭ ਕੁਛ ਇੱਕੋ ਕਰ ਲੈਂਦੇ ਆ, ਪਰ ਫਿਰ ਬੋਲਦੇ ਆ ਫਿਰ ਸਪੀਡ ਦੇ ਵਿੱਚ ਸਪੱਟਾ ਭਰ ਦਿੰਦੇ ਆ। ਅੱਜ ਵੀ ਇਹਨਾਂ ਨੇ ਕਿਹਾ ਕਿ ਦੰਗੇ ਨਹੀਂ ਸਨ, ਦੰਗੇ ਨਹੀਂ ਸਨ, ਇਹ ਨਸਲਕੁਸ਼ੀ ਸੀਗੀ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਰਾਜ ਕਰਨਵੀਰ ਸਿੰਘ ਜੀ, ਜਦੋਂ ਇਹ ਮੁਲਕ ਹਾਲੇ ਤੱਕ ਇਹ ਨਹੀਂ ਤੈਅ ਕਰ ਪਾ ਰਿਹਾ ਕਿ ਇਹ ਦੰਗੇ ਸਨ ਜਾਂ ਨਸਲਕੁਸ਼ੀ ਸੀ, ਜਦੋਂ ਇਹ ਸਭ ਕੁਛ ਹਾਲੇ ਤੈਅ ਨਹੀਂ ਹੋ ਪਾ ਰਿਹਾ 30-35 ਸਾਲ ਇਸ ਸਮੇਂ ਤੇ ਜਿਹੜੇ ਇਸ ਬਹਿਸ ਦੇ ਵਿੱਚ ਹੀ ਚਲੇ ਗਏ ਕਿ ਇਹ ਨਸਲਕੁਸ਼ੀ ਹੈ ਜਾਂ ਦੰਗੇ, ਤਾਂ ਮੇਰੇ ਖਿਆਲ ਦੇ ਨਾਲ ਇੱਥੇ ਇਨਸਾਫ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਤੈਅ ਕਰਨ 'ਚ 3 ਦਹਾਕਿਆਂ ਤੋਂ ਉੱਤੇ ਦਾ ਸਮਾਂ ਲੰਘ ਗਿਆ ਕਿ ਨਸਲਕੁਸ਼ੀ ਜਾਂ ਦੰਗੇ ਆ। ਅੰਨਿਆਂ ਨੂੰ ਦੀਦਾ ਕਿ ਇਹ ਸੋਚੀ ਸਮਝੀ ਇੱਕ ਨਸਲਕੁਸ਼ੀ ਸੀ, ਇਹਨੂੰ ਨਰ ਸੰਘਾਰ ਕਹਿ ਲਓ। ਦੂਜੀ ਗੱਲ ਹੈ ਕਿ ਜਿਹੜੀ ਕੇਂਦਰ ਸਰਕਾਰ ਅੱਜ ਓਨਟਾਰੀਓ ਦੇ ਉਸ ਮਤੇ ਦੀ ਵਿਰੋਧਤਾ ਕਰਦੀ ਪਈ ਆ, ਉਹਨੂੰ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਉਹ ਗੱਲਾਂ ਰਿਕਾਰਡ ਦੇ ਵਿੱਚ ਆ, ਉਹ ਬੋਲ ਰਿਕਾਰਡ ਦੇ ਵਿੱਚ ਆ, ਜਿੱਥੇ ਇਸ ਦੇਸ਼ ਦੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਨੇ ਆਖਿਆ ਸੀਗਾ ਕਿ ਇਹ ਨਰ ਸੰਘਾਰ ਹੋਇਆ ਸਿੱਖਾਂ ਦਾ। ਨਰ ਸੰਘਾਰ ਹਿੰਦੀ ਦਾ ਸ਼ਬਦ ਆ, ਜਿਹਨੂੰ ਉਲੱਠਾ ਕਰੀਏ ਜੇ ਉਹਦਾ ਪੰਜਾਬੀ ਦੇ ਵਿੱਚ ਤੇ ਉਹ ਬਣਦਾ ਨਸਲਕੁਸ਼ੀ। ਦੇਸ਼ ਦਾ ਕੇਂਦਰੀ ਗ੍ਰਹਿ ਮੰਤਰੀ ਨਰ ਸੰਘਾਰ ਸੰਸਦ ਦੇ ਵਿੱਚ ਮੰਨਦਾ ਤੇ ਜਿਹੜਾ ਇਹਨਾਂ ਦੀ ਸਰਕਾਰ ਦਾ ਤਰਜਮਾਨ ਆ ਉਹ ਓਨਟਾਰੀਓ ਮਤੇ ਦਾ ਵਿਰੋਧ ਕਰਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਕਾਂਗਰਸ ਨੇ ਇਹ ਸਭ ਕੁਛ ਕਰਾਇਆ, ਕਾਂਗਰਸ ਸਿੱਖਾਂ ਦੀ ਦੁਸ਼ਮਣ ਸੀ, ਉਹ ਆਪ ਅੰਦਾਜ਼ਾ ਲਾ ਲਓ ਕਿ ਇਹ ਕਿੱਥੇ ਖੜੀ ਹੈ। ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਜਸਟਿਸ ਜੋਰਾ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਏਜੀ ਨੇ ਦੱਸਿਆ ਵੀ ਬੇਕਾਰ ਆ, ਨਵਾਂ ਕਮਿਸ਼ਨ ਬਣਾਓ। ਜਸਟਿਸ ਜੋਰਾ ਸਿੰਘ ਜਿਨ੍ਹਾਂ ਨੂੰ ਪਹਿਲਾਂ ਕੁਰਸੀ ਮੇਜ਼ ਨਹੀਂ ਦਿੱਤਾ ਗਿਆ, ਬਾਅਦ 'ਚ ਉਹਨਾਂ ਦੀ ਰਿਪੋਰਟ ਲੈਣ ਲਈ ਇੱਕ ਜਿਹੜਾ ਜੀ ਕਹਿ ਲਓ ਵੀ ਉਹਨਾਂ ਦੇ ਦੂਜੇ ਇੰਪਲੋਈ ਜਿਹੜੇ ਜੀ ਉਹ ਆ ਕੇ ਲੈ ਕੇ ਗਏ। ਜਸਟਿਸ ਜੋਰਾ ਸਿੰਘ ਕੀ ਕਹਿੰਦੇ ਆ ਇਸ ਇਹੋ ਸਾਰੀ ਚੀਜ਼ ਦੇ ਉੱਤੇ? ਹੁਣ ਦੇਖੋ, ਜਸਟਿਸ ਜੋਰਾ ਸਿੰਘ ਨੇ ਜਿਹੜੀ ਪੜਤਾਲ ਕੀਤੀ ਸੀ ਇਹ ਸ਼ੁਰੂ 'ਚ ਵਿਵਾਦਾਂ ਦੇ ਘੇਰੇ 'ਚ ਸੀ ਜੀ, ਕਿਉਂਕਿ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਨੇ ਜਸਟਿਸ ਕਾਟਜੂ ਨੂੰ ਲਿਆਂਦਾ। ਜਸਟਿਸ ਕਾਟਜੂ ਨੇ ਮੇਰੇ ਖਿਆਲ ਦੇ ਨਾਲ 2 ਕੁ ਹਫ਼ਤੇ ਲਾਏ ਸਨ ਜੀ ਜੀ। ਸਾਰੀ ਗੱਲਬਾਤ ਉਹਨੇ 2 ਕੁ ਹਫ਼ਤਿਆਂ 'ਚ ਜਿਹੜੀ ਸੀਗੀ ਉਹ ਨਿਚੋੜ ਕੱਢ ਕੇ ਸਿੱਟੇ ਤੇ ਲੈ ਆਂਦੀ ਸੀਗੀ। ਔਰ ਜਿਹੜੀ ਉਹਨੇ ਰਿਪੋਰਟ ਦਿੱਤੀ ਸੀਗੀ, ਜਿਹੜੀ ਕਿ ਉਦੋਂ ਗੈਰ ਮਾਨਤਾ ਪ੍ਰਾਪਤ ਬਣਾ ਦਿੱਤੀ ਗਈ, ਮਾਨਤਾ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ, ਮੇਰੇ ਖਿਆਲ ਦੇ ਨਾਲ ਉਹ ਰਿਪੋਰਟ ਤੇ ਇਸ ਰਿਪੋਰਟ ਦਾ ਜ਼ਮੀਨ ਅਸਮਾਨ ਦਾ ਫਰਕ ਸੀ ਜੀ। ਉਹ ਵੀ ਜੱਜ ਸੀ, ਇਹ ਵੀ ਜੱਜ ਸੀ, ਪਰ ਦੋਵਾਂ ਜੱਜਾਂ ਦੀ ਪੜਤਾਲ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਜਿਹੜੇ ਸਵਾਲ ਮੀਡੀਆ ਅੱਜ ਤੋਂ 1.5 ਸਾਲ ਪਹਿਲਾਂ ਚੁੱਕ ਕੇ ਤੇ ਉਹ ਹੱਲ ਵੀ ਕਰ ਚੁੱਕਾ ਸੀ ਖੋਜ ਕੇ, ਜਸਟਿਸ ਜੋਰਾ ਸਿੰਘ ਨੇ ਉਹ ਸਵਾਲ ਛੋਏ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਅਧੂਰਾ ਛੱਡ ਦਿੱਤਾ। ਕਿਸੇ ਵੀ ਸਵਾਲ ਨੂੰ ਚਰਮ ਤੇ ਨਹੀਂ ਲਿਆਂਦਾ ਗਿਆ, ਕਿਸੇ ਵੀ ਸਵਾਲ ਨੂੰ ਸਿੱਟੇ ਤੇ ਨਹੀਂ ਪਹੁੰਚਾਇਆ ਗਿਆ, ਕਿਸੇ ਵੀ ਤੱਥ ਨੂੰ ਸਪਸ਼ਟ ਨਹੀਂ ਕੀਤਾ ਗਿਆ। 2-3 ਚੀਜ਼ਾਂ ਜਿਹੜੀਆਂ ਏਜੀ ਨੇ, ਐਡਵੋਕੇਟ ਜਨਰਲ ਹੈ ਜਿਹੜਾ ਪੰਜਾਬ ਸਰਕਾਰ ਦਾ, ਉਹਨੇ ਸਪਸ਼ਟ ਕਰ ਦਿੱਤੀਆਂ ਅਤੁਲ ਨੰਦਾ ਨੇ। ਉਹ ਕਹਿੰਦਾ ਕਿ ਇੱਕ ਤੇ ਇਹ ਹੈ ਕਿ ਇਸ ਕਮਿਸ਼ਨ ਦੀ ਰਿਪੋਰਟ ਦੇ ਆਖੇ ਲੱਗ ਕੇ ਕਿਤੇ ਕਾਰਵਾਈ ਨਾ ਕਰ ਲਿਓ, ਤੁਹਾਡੀ ਕਾਰਵਾਈ ਅਦਾਲਤ ਦੇ ਵਿੱਚ ਜਾ ਕੇ ਮੁੱਦੇ ਮੂੰਹ ਡਿੱਗ ਪੈਣੀ ਹੈ ਕਪਤਾਨ ਸਾਹਿਬ ਜੀ। ਦੂਜੀ ਗੱਲ ਉਹਨੇ ਕਿਹਾ ਕਿ ਇਹਨੇ ਇਹ ਤੇ ਲਿਖਿਆ ਕਿ ਜੀ ਪੁਲਿਸ ਨੇ, ਪੰਜਾਬ ਸਰਕਾਰ ਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ, ਪਰ ਇਹ ਨਹੀਂ ਦੱਸਿਆ ਕਿ ਇਸ ਪੁਲਿਸ ਤੇ ਸਰਕਾਰੀ ਪ੍ਰਸ਼ਾਸਨ ਨੂੰ ਕੰਮ ਨਾ ਕਰਨ ਦੇ ਲਈ ਹੁਕਮ ਕਿਹਨੇ ਦਿੱਤੇ ਸਨ, ਕੌਣ ਬੰਦਾ ਸੀ ਜਿਹਨੇ ਲਾਪਰਵਾਹੀ ਵਰਤੀ, ਉਹ ਦੱਸਿਆ ਨਹੀਂ ਰਿਪੋਰਟ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਇਹ ਤੇ ਗੱਲ ਮੰਨੀ ਹੈ ਜਸਟਿਸ ਜੋਰਾ ਸਿੰਘ ਨੇ ਕਿ ਭਾਈ ਬਾਈਬਲ ਕਲਾਂ ਦੇ ਵਿੱਚ ਜੋ ਫਾਇਰਿੰਗ ਹੋਈ ਆ ਉਹ ਸੈਲਫ ਡਿਫੈਂਸ ਦੇ ਵਿੱਚ ਨਹੀਂ ਸੀ, ਉਹ ਅਨਵਾਰੰਟਡ ਸੀਗੀ। ਪਰ ਇਹ ਨਹੀਂ ਕਿਹਾ ਕਿ ਉਹ ਗੋਲੀ ਚਲਾਈ ਕਿ ਨਹੀਂ, ਇਹ ਨਹੀਂ ਦੱਸਿਆ
ਕਿ ਉਹ ਗੋਲੀ ਚਲਾਉਣ ਵਾਲੇ ਜਿਹੜੇ ਆਰਡਰ ਸੀਗੇ ਉਹ ਕਿਹਨੇ ਦਿੱਤੇ ਆ? ਅਫਸਰਾਂ ਦਾ ਕਿਹਾ ਵੀ ਉੱਥੇ ਕੁਝ ਅਫਸਰ ਮੌਜੂਦ ਸਨ, ਪਰ ਕਿਹੜੇ ਅਫਸਰ ਮੌਜੂਦ ਸਨ ਉਹ ਉੱਥੋਂ ਦਾ ਬਹਿਬਲ ਕਲਾਂ ਦਾ ਬੱਚਾ ਤੇ ਜਾਣਦਾ, ਪਰ ਜਸਟਿਸ ਜ਼ੋਰਾ ਸਿੰਘ ਨੂੰ ਨਹੀਂ ਪਤਾ ਕਿ ਕਿਹੜੇ ਅਫਸਰ ਸਨ ਉਹ ਅਫਸਰ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਸਸਪੈਂਡ ਵੀ ਕੀਤਾ ਗਿਆ, ਮੋਗੇ ਦੇ SSP ਨੂੰ, ਪਰ ਇਹਨੂੰ ਜਸਟਿਸ ਜ਼ੋਰਾ ਸਿੰਘ ਨੂੰ ਉਹ ਨਹੀਂ ਪਤਾ ਲੱਗਿਆ ਕਿ ਕਿਹੜਾ ਅਫਸਰ ਸੀਗਾ। ਸੋ ਇਹੋ ਜਿਹੀਆਂ ਨੇਕਾਂ ਖਾਮੀਆਂ ਨੇ ਜਿਹੜੀਆਂ ਇਸ ਬੇਅਦਬੀ ਦੀ ਪੜਤਾਲ ਦੀ ਰਿਪੋਰਟ ਦੇ ਵਿੱਚ ਪਾਈਆਂ ਗਈਆਂ, ਜਾਂ ਇੰਝ ਕਹਿ ਲਓ ਬੇਅਦਬੀ ਦੀ ਜਿਹੜੀ ਇਹ ਰਿਪੋਰਟ ਆ ਉਹ ਆਪ ਹੀ ਬੇਅਦਬੀ ਦਾ ਸ਼ਿਕਾਰ ਹੋ ਗਈ। ਪਰ ਜਸਟਿਸ ਜ਼ੋਰਾ ਸਿੰਘ ਨੇ ਗਲਤ ਕੀਤਾ। ਦੇਖੋ, ਪੱਗਾਂ ਵੇਚ ਕੇ ਘਿਓ ਨਹੀਂ ਖਾਈਦਾ। ਜਸਟਿਸ ਜ਼ੋਰਾ ਸਿੰਘ ਵਰਗੇ ਬੰਦੇ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਮੁੱਦਾ ਕਿਸ ਚੀਜ਼ ਨਾਲ ਜੁੜਿਆ। ਜੇ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਜਾਂਚ ਪੜਤਾਲ ਪੂਰੀ ਨਹੀਂ ਹੋ ਸਕਦੀ, ਉਹਨਾਂ ਦੇ ਨਾਲ ਸਰਕਾਰੀ ਮਸ਼ੀਨਰੀ ਜਾਂ ਸਰਕਾਰੀ ਅਫਸਰਸ਼ਾਹੀ ਨੌਕਰਸ਼ਾਹੀ ਸਹਿਯੋਗ ਨਹੀਂ ਕਰਦੀ ਪਈ, ਹੱਥ ਖੜੇ ਕਰਕੇ ਪਾਸੇ ਹੋ ਜਾਂਦੇ। ਜੋ ਅੱਧ ਅਧੂਰਾ ਦਾ ਕੱਚ ਸੱਚ ਜਿਹੜਾ ਦਾਖਲ ਕੀਤਾ, ਆਉਣ ਵਾਲੇ ਦਿਨਾਂ 'ਚ ਮੰਨ ਲਓ ਜੇ ਆਹ ਸਰਕਾਰ ਨਵਾਂ ਕਮਿਸ਼ਨ ਬਣਾ ਦਿੰਦੀ ਹੈ, ਉਹ ਤੱਤ-ਫੱਟ ਇੱਕ ਰਿਪੋਰਟ ਇਹਦੇ ਤੋਂ ਟੋਟਲੀ ਡਿਫਰੈਂਟ ਐਡਮਿਟ ਕਰ ਦਿੰਦੀ ਹੈ, ਤੇ ਜਸਟਿਸ ਜ਼ੋਰਾ ਸਿੰਘ ਕਿਹਨੂੰ ਮੂੰਹ ਦਿਖਾਏਗਾ? ਜੀ ਅਤੇ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਹੁਣ ਸਰਪੰਚ ਹੋਣਗੇ ਘੱਟੋ ਘੱਟ 10ਵੀਂ ਪਾਸ, ਸਰਕਾਰ ਦਾ ਫੈਸਲਾ। ਦੇਖੋ, ਇਹ ਅੱਜ ਪੰਚਾਇਤੀ ਮੰਤਰੀ ਹੈ ਜਿਹੜਾ ਤ੍ਰਿਪਤ ਸਿੰਘ ਬਾਜਵਾ, ਉਹਨੇ ਸੰਕੇਤ ਦਿੱਤੇ ਆ। ਉਹਨੇ ਆਖਿਆ ਕਿ ਸਰਕਾਰ ਵਿਚਾਰ ਕਰਦੀ ਪਈ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਪੰਚਾਇਤਾਂ ਦੇ ਸਰਪੰਚ ਆ ਉਹਨਾਂ ਲਈ 10ਵੀਂ ਦੀ ਯੋਗਤਾ ਜਿਹੜੀ ਉਹ ਜ਼ਰੂਰੀ ਕਰ ਦਿੱਤੀ ਜਾਵੇ। ਵੈਸੇ ਠੀਕ ਆ, ਕਿਉਂਕਿ 10ਵੀਂ ਵਿਚਾਰੀ ਅੱਜ ਕੱਲ ਬੇਰੁਜ਼ਗਾਰ ਜੀ ਹੋਈ ਪਈ ਸੀ। ਉਸ ਤਰ੍ਹਾਂ ਪਹਿਲਾਂ ਤੇ ਕਾਫੀ ਪੁੱਛਦੇ ਹੁੰਦੇ ਸੀਗੇ 10ਵੀਂ ਨੂੰ, ਤੇ ਅੱਜ ਕੱਲ ਤੇ ਕੋਈ ਪੁੱਛਦਾ ਹੀ ਨੀਗਾ। ਇਹਦੇ ਨਾਲ 10ਵੀਂ ਹਰੇ ਲੱਗ ਜੂਗੀ ਵਿਚਾਰੀ। ਤੇ ਉਂਝ ਕਦੇ ਕਿਹਾ ਕਰਦੇ ਸਨ ਕਿ 10 ਕਰ ਲਾ, ਫੌਜੀ ਬਸਤਾ ਚੁੱਕਣ ਜੋਗਾ ਹੋ ਜਾਏਗਾ। ਹੁਣ ਕਹਿ ਦਿਆ ਕਰਨਗੇ 10 ਕਰ ਲਾ, ਜਥੇਦਾਰ ਨਾਲ ਰਲ ਕੇ ਲੁੱਟਣ ਜੋਗਾ ਹੋ ਜਾਏਗਾ। 10 ਤੇ ਕਰਤਾ ਕਦਮਾਂ ਲਾ ਕੇ। ਸੋ ਇਹ ਕਰਦੇ ਪਏ ਆ ਵਿਚਾਰ। ਵੈਸੇ ਸਾਡੇ ਗੁਆਂਢੀ ਸੂਬੇ 'ਚ ਇਹੋ ਜਿਹਾ ਤਜਰਬਾ ਇੱਕ ਹੋ ਚੁੱਕਾ। ਉਹਨਾਂ ਨੇ ਆ ਜਿਹੜੀ ਪਿਛਲੀ ਪੰਚਾਇਤੀ ਚੋਣ ਕਰਵਾਈ ਸੀ, ਉਹਦੇ 'ਚ ਸਰਪੰਚਾਂ ਨੇ ਮੇਰੇ ਖਿਆਲ ਦੇ ਨਾਲ 8ਵੀਂ ਜ਼ਰੂਰੀ ਕੀਤੀ ਸੀਗੀ। ਸੋ ਇਹ ਠੀਕ ਕੀਤਾ ਇਹਨਾਂ ਨੇ। ਯੋਗਤਾ ਜੇ ਰੱਖਣ ਦਾ ਇਹਨਾਂ ਨੇ ਵਿਚਾਰ ਕੀਤਾ ਤਾਂ ਇਸ ਵਿਚਾਰ ਤੇ ਚਰਚਾ ਹੋਣੀ ਚਾਹੀਦੀ ਹੈ। ਇਹ ਵੀ ਪੱਖ ਇੱਕ ਹੈ ਕਿ ਕਈ ਵਾਰੀ ਜਿਹੜੀ ਯੋਗਤਾ ਹੁੰਦੀ ਹੈ ਉਹ ਡਿਗਰੀ, ਕਾਗਜ਼ੀ ਡਿਗਰੀ ਦੀ ਮੁਹਤਾਜ ਨਹੀਂ ਹੁੰਦੀ। ਪਰ ਇਹ ਵੀ ਇੱਕ ਸੱਚ ਆ ਕਿ ਸਾਡੇ ਪਿੰਡਾਂ ਦੇ ਬਹੁਤ ਸਾਰੇ ਸਰਪੰਚ ਜਿਹੜੇ ਅਨਪੜ੍ਹ ਸੀਗੇ ਉਹ ਠੱਗੀ ਦਾ ਸ਼ਿਕਾਰ ਹੋ ਗਏ। ਮੈਂ ਨਿੱਜੀ ਤੌਰ ਤੇ ਇੱਕ ਬਤੌਰ ਪੱਤਰਕਾਰ ਇੱਕ ਸਟੋਰੀ ਕੀਤੀ ਸੀ। ਉਹਦੇ 'ਚ ਅਸੀਂ ਇੱਕ ਸਰਪੰਚ ਕੋਲ ਗਏ ਸਾਂ। ਉਸ ਸਰਪੰਚ ਨੇ, ਜਿਹੜਾ ਉਸ ਸਮੇਂ 80-85 ਸਾਲਾਂ ਦਾ ਸੀ, ਦਲਿਤ ਸਰਪੰਚ, ਉਹਨੇ ਧਾਵਾ ਮਾਰ ਕੇ ਦੱਸਿਆ ਸੀਗਾ ਕਿ ਉਹ ਕਹਿੰਦਾ ਪੁੱਤਰੋ ਮੇਰੇ ਕੋਲ ਤਾਂ ਆਉਂਦੇ ਸਨ ਤੇ ਚੱਕਾਂ ਤੇ ਗੂਠੇ ਲਾ ਕੇ ਲੈ ਜਾਂਦੇ ਸੀ ਮੇਰੇ, ਮੈਂ ਤਾਂ ਅਨਪੜ੍ਹ ਬੰਦਾ, ਗਰੀਬ ਬੰਦਾ ਸੀ, ਮੈਨੂੰ ਤਾਂ ਪਤਾ ਨਹੀਂ ਕੀ ਕਰਦੇ ਰਹੇ। ਸੋ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਪੰਜਾਬ ਦੇ ਵਿੱਚ ਕਿ ਅਨਪੜ੍ਹ ਸਰਪੰਚਾਂ ਨੂੰ ਵਰਤਿਆ ਜਾਂਦਾ ਹੈ, ਜਾਂ ਖਾਸ ਤੌਰ ਤੇ ਜਿਹੜੇ ਦਲਿਤ ਸਰਪੰਚ ਆ ਜਿਨ੍ਹਾਂ ਦੇ ਮਗਰ ਪੈਸੇ ਲਾ ਕੇ ਇੱਕ ਤਰ੍ਹਾਂ ਨਾਲ ਕਰੀਏ ਸਪੋਂਸਰ ਕਰਕੇ ਜਿਨ੍ਹਾਂ ਨੂੰ ਜਿਤਾਇਆ ਜਾਂਦਾ ਕਾਗਜ਼ਾਂ 'ਚ, ਤੇ ਸਰਪੰਚੀ ਉਹਨਾਂ ਦੇ ਮਾਲਕ ਕਰੀ ਜਾਂਦੇ ਆ। ਉਹ ਚੀਜ਼ਾਂ ਕਿਤੇ ਨਾ ਕਿਤੇ ਥੋੜ੍ਹੀਆਂ ਜਿਹੀਆਂ ਠੱਲੀਆਂ ਜਾ ਸਕਦੀਆਂ ਜੇ ਇਸ ਬਾਰੇ ਇਹ ਸੋਚ ਕੇ ਅੱਗੇ ਵੱਧਦੇ ਆ। ਪਰ ਦੂਜੀ ਗੱਲ ਹੈ ਜਿਹੜੀ ਰਾਜਕਰਮਵੀਰ ਸਿੰਘ ਦੀ ਚਿੰਤਾ ਇਹ ਆ ਕਿ ਸਾਡੇ ਇੱਥੇ ਜੇ ਇੱਕ ਇਸ ਤਰ੍ਹਾਂ ਦਾ ਕੋਈ ਨੇਮ ਕਾਇਦਾ ਬਣ ਵੀ ਜਾਵੇ, ਕੋਈ ਮੱਦ ਕੋਈ ਸ਼ਰਤ ਰੱਖ ਵੀ ਜਾਵੇ, ਉਹਦਾ ਹੱਲ ਕੱਢਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰਿਆਣੇ ਵਾਲੇ ਸਾਡੇ ਹੈ ਤੇ ਛੋਟੇ ਭਰਾ ਹੀ ਹੈ, ਉਹਨਾਂ ਨੇ ਕੀ ਕੀਤਾ ਸੀ ਕਿ 8ਵੀਂ ਦੀ ਜਦੋਂ ਸ਼ਰਤ ਰੱਖੀ ਗਈ ਤੇ ਹਜ਼ਾਰਾਂ ਬੰਦਿਆਂ ਨੇ ਆ ਕੇ ਇੱਥੇ ਇੱਕ ਬਠਿੰਡੇ ਸਕੂਲ ਲੱਭ ਲਿਆ, ਜਿਨ੍ਹਾਂ ਨੇ ਰਾਤੋਂ ਰਾਤ ਹੀ ਆ ਕੇ ਹਜ਼ਾਰਾਂ ਨੇ 8ਵੀਂ ਕਰ ਲਈ ਸੀ। ਉਸੇ ਤਰ੍ਹਾਂ ਡਰ ਇਹ ਆ ਕਿ ਜੇ ਕਿਤੇ ਇਹ ਹੋ ਗਿਆ, ਕਿਉਂਕਿ ਸਰਪੰਚੀ ਛੱਡਣੀ ਬੜੀ ਔਖੀ ਆ। ਸਰਪੰਚੀ 'ਚ ਤੁਹਾਨੂੰ ਪਤਾ ਕਿ ਅੱਗੇ ਮਾਲ ਪੱਤਾ ਵਾਹਵਾ ਬਣਿਆ 5-10 ਸਾਲਾਂ 'ਚ, ਤੇ ਅਗਲਾ ਤੇ ਫਿਰ ਰਾਤੋਂ ਰਾਤ ਕਿਤੋਂ ਨਾ ਕਿਤੋਂ ਜੋੜ ਤੋੜ ਕਰਕੇ 10ਵੀਂ ਵਾਲਾ ਸਰਟੀਫਿਕੇਟ ਵੀ ਲੱਭ ਲਏਗਾ। ਸੋ ਇਹ ਚੀਜ਼ਾਂ ਹੈ ਕਿ ਜੇ ਤੇ ਕੋਈ ਇਸ ਤਰ੍ਹਾਂ ਦਾ ਪੈਮਾਨਾ ਰੱਖਣਾ ਤਾਂ ਉਹਦੇ 'ਚ ਪਾਰਦਰਸ਼ਤਾ ਪੂਰੀ ਹੋਵੇ, ਇਹ ਗੁੰਜਾਇਸ਼ ਨਾ ਹੋਵੇ ਕਿ ਕੋਈ ਇੱਧਰੋਂ ਜੁਗਾੜ ਲਾਇਆ ਕੋਈ ਉੱਧਰੋਂ ਲਾਇਆ, ਤਾਂ ਉਹਦੇ ਨਾਲ ਤਾਂ ਫਿਰ ਮੇਰੇ ਖਿਆਲ ਦੇ ਨਾਲ ਅਨਪੜ੍ਹ ਹੀ ਚੰਗੇ ਆ। ਪਰ ਜ਼ਰੂਰੀ ਆ ਕੁਛ ਨਾ ਕੁਛ ਤੇ ਕਰਨਾ ਹੀ ਪਵੇਗਾ। ਸੁਧਾਰ ਬਹੁਤ ਅਹਿਮੀਅਤ ਰੱਖਦੇ ਆ ਕਿਉਂਕਿ ਜਿਹੜੀ ਪੰਚਾਇਤੀ ਇਕਾਈ ਹੈ ਲੋਕਤੰਤਰ ਦੀ ਸਭ ਤੋਂ ਮਹੱਤਵਪੂਰਨ ਇਕਾਈ ਹੈ। ਪਰ ਅਫਸੋਸ ਦੀ ਗੱਲ, ਸਾਡੇ ਇੱਥੋਂ ਦੇ ਪੰਚਾਇਤਾਂ ਦੇ ਬਹੁਤੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਆਪਣੇ ਅਧਿਕਾਰਾਂ ਤੱਕ ਦਾ ਹੀ ਨਹੀਂ ਪਤਾ। ਜੀ। ਅਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਸਕੂਲੀ ਵੈਨਾਂ ਦੇ ਡਰਾਈਵਰਾਂ ਦੀ ਵੈਰੀਫਿਕੇਸ਼ਨ ਹੋਵੇਗੀ।
ਦੇਖੋ ਰਾਜ ਕਰਨਵੀਰ ਸਿੰਘ ਜੀ, ਗੱਲ ਇਹ ਆ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ, ਬੱਚਿਆਂ ਦੇ ਨਾਲ ਜੁੜੀ ਕੋਈ ਹਾਦਸਾ ਹੋ ਜਾਂਦਾ, ਉਦੋਂ ਮਗਰੋਂ ਆਹੀ ਹਾਲ ਹੁੰਦਾ। ਬਾਅਦ ਦੇ ਵਿੱਚ ਕੀ ਹੁੰਦਾ, ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਕਿ ਲਾ ਲਿਆ ਫਲਾਣਾ ਖੋਤੀ ਉਹੋ ਜਿਹੀ, ਫਿਰ ਉਹੋ ਜਿਹੀ ਹੋ ਜਾਂਦੀ ਆ। 2-4 ਦਿਨ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ। ਸਾਡੇ 1-2 ਚੈਨਲ ਹੈਗੇ ਆ, ਉਹ 2-4 ਐਕਸਪਰਟ ਵੀ ਬੁਲਾਉਂਦੇ ਆ, ਉਹਨਾਂ ਨੂੰ ਕੌਫੀ ਵੀ ਪਿਲਾਉਂਦੇ ਆ, ਪਾਣੀ ਦੇ ਕੇ ਚਰਚਾ ਵੀ ਕਰਾਉਂਦੇ ਆ। ਫਿਰ ਉਹ ਵੀ ਭੁੱਲ ਜਾਂਦੇ ਆ। ਸਾਡੇ ਅਖਬਾਰ ਉਹ ਵੀ ਚਰਚਾ ਕਰਦੇ ਆ, ਸਾਡੇ ਲੋਕ ਵੀ ਚਿੰਤਾ ਕਰਦੇ ਆ, ਪਰ ਉਹ ਜਿਹੜੀ ਸੰਜੀਦਗੀ 'ਚ ਲਗਾਤਾਰਤਾ ਹੁੰਦੀ ਆ, ਉਹ ਕਿਤੇ ਨਾ ਕਿਤੇ ਮੁੜ ਕੇ ਟੁੱਟ ਜਾਂਦੀ ਆ। ਫਿਰ ਕਹਾਣੀ ਉੱਥੇ ਦੀ ਉੱਥੇ ਚਲੇ ਜਾਂਦੀ ਆ। ਪਰ ਐਤਕੀ ਬਾਲ ਅਧਿਕਾਰ ਕਮਿਸ਼ਨ ਨੇ ਕਿਹਾ, ਜਿਹੜੀ ਦੁਰਘਟਨਾ ਹੋਈ ਆ ਪਿੱਛੇ ਜੇ ਦਸੂਹਾ ਦੇ ਲਾਗੇ, ਇਸ ਘਟਨਾ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਡਰਾਈਵਰ ਆ ਜੋ ਇਹ ਸਕੂਲੀ ਵੈਨਾਂ ਚਲਾਉਂਦੇ ਆ, ਉਹਨਾਂ ਦੀ ਵੈਰੀਫਿਕੇਸ਼ਨ ਕਰਨੀ ਬੜੀ ਜ਼ਰੂਰੀ ਹੈ। ਔਰ ਇਹ ਲਾਜ਼ਮੀ ਕਰ ਦਿੱਤੀ ਗਈ ਹੈ ਕਿ ਹਰੇਕ ਸਕੂਲ ਬੱਸ ਚਾਲਕ ਦਾ ਪੁਲਿਸ ਹੈ ਜਿਹੜੇ ਉਹ ਕਰੇਗੀ, ਇੱਕ ਵਾਰੀ ਉਹਦੀ ਪੜਤਾਲ ਕਰੇਗੀ ਕਿ ਉਹਦਾ ਪਿਛੋਕੜ ਕਿਹੋ ਜਿਹਾ, ਉਹ ਕਿਸੇ ਅਪਰਾਧਿਕ ਗਤੀਵਿਧੀ ਦੇ ਵਿੱਚ ਤੇ ਸ਼ਾਮਲ ਨਹੀਂ ਹੈ, ਔਰ ਉਹਨੇ ਪਹਿਲਾਂ ਕੋਈ ਐਕਸੀਡੈਂਟ ਤਾਂ ਨਹੀਂ ਕੀਤਾ। ਇਹੋ ਜਿਹੀਆਂ ਸਾਰੀਆਂ ਚੀਜ਼ਾਂ ਪੁਲਿਸ ਵੈਰੀਫਿਕੇਸ਼ਨ ਦੇ ਵਿੱਚ ਸਾਫ਼ ਕਰੇਗੀ। ਇਹ ਵੀ ਇੱਕ ਚੰਗਾ ਕਦਮ ਕਿਹਾ ਜਾ ਸਕਦਾ। ਪਰ ਸਿਆਪਾ ਫੇਰ ਗੱਲ ਪਹੁੰਚੋ ਕਿ ਉੱਥੇ ਪਹੁੰਚੋ ਕਿ ਖੁੱਤੀ ਬੋਰਡ ਥੱਲੇ ਆ ਕਿ ਵੈਰੀਫਿਕੇਸ਼ਨ ਕਰਨੀ ਵੀ ਤੇ ਉਹਨਾਂ ਲੋਕਾਂ ਹੀ ਆ। ਵੈਰੀਫਿਕੇਸ਼ਨ ਤੇ ਪਾਸਪੋਰਟ ਦੀ ਵੀ ਹੁੰਦੀ ਆ। ਤੇ ਮੋਗੇ ਦੇ ਵਿੱਚ ਇੱਕੋ ਪਤੇ ਤੇ ਇਹਨਾਂ ਸਲੱਖਣਾ ਨੇ 400 ਪਾਸਪੋਰਟ ਬਣਾਤਾ ਸੀ, ਜਿਹਨੂੰ ਮੋਗਾ ਪਾਸਪੋਰਟ ਕਾਰਡ ਦੇ ਤੌਰ ਤੇ ਆਪਾਂ ਜਾਣਦੇ ਹਾਂ। ਕਿ ਵੈਰੀਫਿਕੇਸ਼ਨ ਦਾ ਵੀ ਇਹੀ ਰੱਟਾ ਹੈ ਨਾ ਕਿ ਕੱਲ ਨੂੰ ਕੋਈ ਦੇ ਕੇ ਲੱਸੀ ਪਾਣੀ। ਵੈਰੀਫਿਕੇਸ਼ਨ ਇਹੋ ਜਿਹਾ ਬੰਦਾ ਕਰਾ ਲਵੇ ਜਿਹੜਾ ਬੰਦਾ ਮੈਂ ਕਹਾਂਗਾ ਕਿ 5-7 ਪਹਿਲਾਂ ਰੇੜ ਕੇ ਤੇ ਫਿਰ ਗੱਡੀ ਤੇ ਆ ਬੈਠਾ ਹੋਇਆ ਚੜਿਆ ਹੋਵੇ, ਤੇ ਜੇ ਉਹਨੂੰ ਫਿਰ ਇਹਨਾਂ ਨੇ ਵੈਰੀਫਿਕੇਸ਼ਨ ਦੇ ਵਿੱਚ ਕਲੀਅਰੈਂਸ ਦੇ ਦੇਣੀ ਹੈ ਤਾਂ ਉਹਦੇ ਨਾਲ ਉਹ ਬਿਹਤਰ ਇਹ ਹੈ ਕਿ ਜਿਹੜੇ ਬੰਦੇ ਜਿਹੜੇ ਸਕੂਲ ਦੇ ਖਾਸ ਤੌਰ ਤੇ ਜਿਹੜੇ ਸਕੂਲ ਦੇ ਪ੍ਰਬੰਧਕ ਆ ਉਹਨਾਂ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਇਆ ਜਾਵੇ ਕਿ ਜੇਕਰ ਤੁਹਾਡੀ ਸਕੂਲ ਵੈਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਊਣਤਾਈ ਪਾਈ ਜਾਂਦੀ ਹੈ, ਕੋਈ ਡਰਾਈਵਰ ਵੱਲੋਂ ਲਾਪਰਵਾਹੀ ਪਾਈ ਜਾਂਦੀ ਹੈ, ਤਾਂ ਉਹਦੇ ਵਿੱਚ ਮੁੱਢਲੇ ਤੌਰ ਤੇ ਤੁਸੀਂ ਕੇਸ ਦੇ ਵਿੱਚ ਨਾਮਜ਼ਦ ਹੋਗੇ। ਸੋ ਉਹ ਵੀ ਬਿਹਤਰ ਆ। ਪਰ ਵੈਰੀਫਿਕੇਸ਼ਨ ਵਾਲਾ ਠੀਕ ਹੈ ਕਦਮ, ਪਰ ਇਹਦੇ 'ਚ ਇਹ ਆ ਕਿ ਸਭ ਤੋਂ ਜ਼ਰੂਰੀ ਹੈ ਕਿ ਵੈਰੀਫਿਕੇਸ਼ਨ ਪਹਿਲਾਂ ਵੈਰੀਫਿਕੇਸ਼ਨ ਕਰਨ ਵਾਲਿਆਂ ਦੀ ਹੋਵੇ ਕਿ ਇਹ ਜਿਹੜੀ ਵੈਰੀਫਿਕੇਸ਼ਨ ਕਰਨਗੇ ਉਹ ਠੀਕ ਢੰਗ ਨਾਲ ਕਰਨਗੇ। ਸੋ ਫਿਰ ਬਿਹਤਰ ਆ, ਵਧੀਆ ਪਤਾ ਲੱਗ ਜਾਵੇ। ਕਈ ਡਰਾਈਵਰ ਇਹੋ ਜਿਹੇ ਵੇਖੇ ਆ ਜਿਹੜੇ ਤੂੜੀ ਵਾਲੀਆਂ ਟਰਾਲੀਆਂ ਚਲਾਉਂਦੇ ਮੁੜ ਕੇ ਸਕੂਲੀ ਬੱਸਾਂ ਚਲਾਉਣ ਲੱਗ ਪਏ, ਕਿਉਂਕਿ ਜਿਹੜੇ ਮਾਲਕ ਆ ਉਹ ਵੀ ਜਗਾੜੂ ਦੀਆਂ ਬੱਸਾਂ ਲੈ ਆਉਂਦੇ, ਬਾਬੇ ਆਦਮ ਵਾਲੇ ਦੀਆਂ, ਕੋਈ ਗੁਜਰਾਤ ਚੋਂ ਲੈ ਆ, ਕੋਈ ਮਹਾਰਾਸ਼ਟਰ ਚੋਂ ਟੁੱਟੀਆਂ ਜਿਹੀਆਂ, ਤੇ ਇੱਥੇ ਬੋਡੀ ਲਵਾ ਕੇ ਉਹਨੂੰ ਰੰਗ ਰੋਗਨ ਕਰਕੇ ਤੇ ਉਹ ਜਿਹੜੇ ਡਰਾਈਵਰ ਹੁੰਦੇ ਆ ਪਿੰਡ ਵਾਲੇ ਉਹਨਾਂ ਨੂੰ ਕਹਿੰਦੇ ਕਿ ਚੱਲ ਚੜ ਜਾ ਬੱਲਿਆ ਤੂੰ ਕਮਾਈ ਫਿਰ। ਸੋ ਇਹੋ ਜਿਹੇ ਜਿਹੜੇ ਡਰਾਈਵਰ, ਇੱਕ ਤੇ ਉਹਨਾਂ ਦੇ ਲਾਇਸੈਂਸ ਚੈੱਕ ਹੋ ਜਾਣਗੇ ਕਿ ਲਾਇਸੈਂਸ ਉਹਨਾਂ ਦੇ ਕੋਲ ਅਸਲੀ ਨੇ ਨਕਲੀ ਨੇ, ਜੇ ਹੈ ਤਾਂ ਉਹ ਕਿੱਥੋਂ ਦੇ ਆ, ਕਿਉਂਕਿ ਇੱਥੇ ਸਰਟੀਫਿਕੇਟਾਂ ਵਾਲਾ ਹੀ ਰੌਲਾ ਹੈ। ਲਾਇਸੈਂਸ ਵੀ ਜਿਹੜੇ ਵੱਖ-ਵੱਖ ਅਦਾਰਿਆਂ 'ਚੋਂ ਬਣ ਜਾਂਦੇ ਆ। ਅਦਾਰੇ ਵੀ ਇਹੋ ਜਿਹੇ ਆ ਜਿਹੜੇ ਚੱਲਦੇ ਫਿਰਦੇ, ਕੋਈ ਸਾਈਕਲ ਤੇ ਬਣਾਈ ਫਿਰਦਾ, ਕੋਈ ਮੋਟਰਸਾਈਕਲ ਤੇ, ਮੋਹਰਾ ਮਾਰਾ ਵਿੱਚ ਹੀ ਰੱਖੀ ਬੈਠੇ ਹੁੰਦੇ ਆ। ਸੋ ਉਹ ਵੀ ਇੱਕ ਪਤਾ ਲੱਗ ਸਕਦਾ। ਤੀਜੀ ਗੱਲ ਇਹ ਹੈ ਕਿ ਇਹਨਾਂ ਦਾ ਬਹੁਤ ਸਾਰੇ ਡਰਾਈਵਰਾਂ ਦਾ ਜਿਹੜਾ ਪਿਛੋਕੜ ਹੁੰਦਾ ਉਹ ਇਹੋ ਜਿਹਾ ਹੁੰਦਾ ਕਿ ਕਈ ਕੇਸਾਂ 'ਚ ਉਲਝੇ ਹੁੰਦੇ, ਐਕਸੀਡੈਂਟ ਦੇ ਕੇਸਾਂ 'ਚ ਜਾਂ ਹੋਰ ਛੋਟੇ-ਮੋਟੇ ਕੇਸਾਂ 'ਚ, ਉਹ ਵੀ ਸਾਫ਼ ਹੋ ਸਕਦਾ। ਠੀਕ ਆ, ਪਰ ਇਹ ਕੰਮ ਹੈ ਜਿਹੜਾ ਉਹ ਪਾਰਦਰਸ਼ੀ ਢੰਗ ਨਾਲ ਪੂਰਾ ਹੋਵੇ। ਇਹ ਸਾਰੀ ਵੈਰੀਫਿਕੇਸ਼ਨ ਹੈ ਜਿਹੜੀ ਇੱਕ ਤੌਰ ਤਰੀਕਾ ਹੋਵੇ ਇਹਦਾ, ਤੇ ਚੰਗੀ ਗੱਲ ਆ। ਜੀ ਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ ਵੀ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਸਰਪੰਚ ਨੂੰ ਭਜਾ ਕੇ ਮਾਰੀਆਂ ਗੋਲੀਆਂ, ਇਸ ਘਟਨਾ ਨੇ ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਬੰਦਾ ਪੱਥਰ ਤੇ ਲਿਆ ਉਹਨੂੰ ਵੀ ਇੱਕ ਵਾਰੀ ਖੌਫ ਦੇ ਦਰਿਆ 'ਚ ਰੋੜ ਦਿੱਤਾ, ਖੌਫ ਦੇ ਵਹਿਣ 'ਚ ਰੋੜ ਦਿੱਤਾ। ਇਹਦੀ ਵੀਡੀਓ ਵੀ ਆਈ ਘਟਨਾ ਦੀ, ਔਰ ਲਾਈਵ ਫੋਟੋਆਂ ਵੀ ਆਈਆਂ ਅਖਬਾਰ ਦੇ ਵਿੱਚ, ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਈਆਂ ਹੋਣੀਆਂ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਨ੍ਹਾਂ ਨੇ ਵੀਡੀਓ ਬਣਾਈ ਆ ਜਾਂ ਉਹ ਲਾਈਵ ਫੋਟੋਆਂ ਖਿੱਚੀਆਂ ਫੋਟੋਗ੍ਰਾਫਰਾਂ ਨੇ, ਉਹਨਾਂ ਦੀ ਵੀ ਤੇ ਦਿਲਵਰੀ ਵੇਖੋ। ਸਾਹਮਣੇ ਗੋਲੀਆਂ ਚਲਾ ਰਹੇ ਆ ਤੇ ਉਹ ਉਹਨਾਂ ਦੀ ਫੋਟੋਗ੍ਰਾਫੀ ਕਰਦੇ ਪਏ ਆ। ਜੇ ਕਿਤੇ ਨਿਗਾਹ ਪੈ ਜਾਂਦੀ ਤੇ ਇੱਕ ਅੱਧੀ ਉਧਰ ਨੂੰ ਚੱਲ ਜਾਵੇ, ਉਹ ਵੀ ਜਾਨ ਜੋਖਮ 'ਚ ਪਾਉਣ ਵਾਲੀ ਗੱਲ ਆ। ਪਰ ਖੈਰ ਉਹ ਪੇਸ਼ਾ ਹਰੇਕ ਫੋਟੋਗ੍ਰਾਫਰ ਦਾ। ਇਹ ਜਿਹੜੀ ਘਟਨਾ ਵਾਪਰੀ ਹੈ ਇਹ 38 ਵੈਸਟ ਬਾਰ ਜੇ ਪੈ ਜਾਂਦਾ ਡੱਡੂ ਮਾਜਰਾ ਵਾਲੀ ਸਾਈਡ ਤੇ ਚੰਡੀਗੜ੍ਹ ਦੇ ਵਿੱਚ, ਉੱਥੇ ਘਟਨਾ ਵਾਪਰੀ। ਇੱਕ ਗੁਰਦੁਆਰਾ ਸੀਗਾ, ਉੱਥੇ ਸੰਗਤ ਆਈ ਸੀ। ਪਿੰਡ ਕੋਈ ਖੁਰਦਾ ਤੋਂ ਸਰਪੰਚ ਸਤਨਾਮ ਸਿੰਘ ਨਾਂ ਦਾ ਇਹ ਵਿਅਕਤੀ ਵੀ ਆਇਆ ਸੀ ਜਿਹੜਾ ਕਤਲ ਹੋਇਆ। ਇਹਨੂੰ ਟੈਲੀਫੋਨ ਕਰਕੇ ਬਾਹਰ ਸੱਦ ਲਿਆ ਗਿਆ। ਬਾਹਰ ਸੱਦ ਕੇ ਤੇ ਇਹਦੇ ਗੋਲੀਆਂ ਮਾਰੀਆਂ ਗਈਆਂ।
ਗੋਲੀਆਂ ਪਹਿਲਾਂ ਪੈਰ 'ਚ ਮਾਰੀਆਂ ਗਈਆਂ, ਤੇਜ਼ਧਾਰ ਹਥਿਆਰਾਂ ਨਾਲ ਇਹਨੂੰ ਵੱਢਿਆ ਟੁੱਕਿਆ ਵੀ ਗਿਆ, ਪਰ ਬੰਦਾ ਤਗੜਾ ਸੀ, ਛੇਤੀ ਡਿੱਗਿਆ ਨਹੀਂ। ਫਿਰ ਵੀ ਡਿੱਗਦਾ ਟੈਂਦਾ ਟਰੱਕ ਥੱਲੇ ਵੜ ਗਿਆ, ਫਿਰ ਉੱਥੋਂ ਕੱਢਿਆ ਗਿਆ, ਫਿਰ ਗੋਲੀਆਂ ਮਾਰੀਆਂ ਗਈਆਂ। ਇਹ ਸਮੁੱਚਾ ਘਟਨਾਕ੍ਰਮ ਲਾ ਲਓ ਕੋਈ 10-15 ਮਿੰਟ ਚੱਲਦਾ ਰਿਹਾ। 11:30 ਦਾ ਟਾਈਮ ਸੀ, ਦਿਨ ਦੇ 11:30, ਤੁਹਾਨੂੰ ਪਤਾ ਹੀ ਹੈ ਕਿ ਚਿੱਟਾ ਦਿਨ ਹੁੰਦਾ। ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰਾ ਟ੍ਰੈਫਿਕ ਉੱਥੇ ਮੌਜੂਦ ਸੀਗਾ, ਲੋਕ ਮੌਜੂਦ ਸੀਗੇ, ਕੋਈ ਅੱਗੇ ਨਹੀਂ ਆਇਆ, ਗੋਲੀਆਂ ਵਰਦੀਆਂ 'ਚ ਕੋਈ ਅੱਗੇ ਆਉਂਦਾ ਵੀ ਨਹੀਂ। ਪਰ ਗੱਲ ਜਿਹੜੀ ਅਸਲ ਮੁੱਦੇ ਦੀ ਆ ਉਹ ਇਹ ਆ ਕਿ ਉੱਥੇ ਪੁਲਿਸ ਵੀ ਕਿਤੇ ਨਹੀਂ ਦਿਸੀ। ਜਿੰਨਾ ਚਿਰ ਵਾਪਰਿਆ ਉਹ ਕਤਲकांड ਕਰਕੇ ਬਾਹਰ ਚਲੇ ਗਏ ਦੋਸ਼ੀ ਆਰਾਮ ਨਾਲ ਚੰਡੀਗੜ੍ਹ 'ਚੋਂ, ਕਿਸੇ ਨੇ ਨਾ ਆਉਂਦਿਆਂ ਨੂੰ ਰੋਕਿਆ ਨਾ ਕਿਸੇ ਨੇ ਜਾਂਦਿਆਂ ਨੂੰ ਰੋਕਿਆ। ਸੋ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਕੋਈ ਹਥਿਆਰਾਂ ਨਾਲ ਬੰਦਾ ਐਂਟਰ ਹੁੰਦਾ, ਫਿਰ ਉਹ 10-15 ਮਿੰਟ ਤਸੱਲੀ ਨਾਲ ਇੱਕ ਸੜਕ ਤੇ ਬੰਦੇ ਨੂੰ ਗੋਲੀਆਂ ਮਾਰਦਾ, ਵੱਢਦਾ ਟੁੱਕਦਾ, ਫਿਰ ਉਹ ਆਪਣੀ ਸਾਰੀ ਜੁੰਡਲੀ ਦੇ ਨਾਲ ਆਰਾਮ ਨਾਲ ਉਹ ਨਿਕਲ ਜਾਂਦਾ। ਇਹ ਸਭ ਤੋਂ ਵੱਡੀ ਇੱਥੋਂ ਦੀ ਸਮੱਸਿਆ ਹੈ ਪੰਜਾਬ ਪੁਲਿਸ ਦੀ, ਕਿ ਠੀਕ ਆ ਜਦੋਂ ਲੋੜ ਹੁੰਦੀ ਹੈ ਉਦੋਂ ਇਹ ਦੌੜਦੇ ਨਹੀਂ, ਤੇ ਜਦੋਂ ਫਿਰ ਉਹ ਲੰਘ ਜਾਂਦਾ ਸੱਪ ਮੁੜ ਕੇ ਲੀਕਾ ਕੁੱਟੀ ਜਾਂਦੇ, ਮੁੜ ਕੇ ਲੋਕਾਂ ਦੇ ਘਰਾਂ 'ਚ ਵੀ ਤਲਾਸ਼ੀਆਂ ਲਈ ਜਾਂਦੇ ਆ। ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਸ਼ਹਿਰ, ਅੱਗੇ ਆਪਾਂ ਜਲੰਧਰ ਦੇ ਵਿੱਚ ਵੇਖਿਆ ਉਹ ਜਿਹੜਾ ਜਗਦੀਸ਼ ਗਗਨੇਜਾ ਮਾਰਿਆ ਸੀਗਾ, ਉਹ ਵੀ ਬਹੁਤ ਭੀੜ ਭੜੱਕੇ ਵਾਲੇ ਬਾਜ਼ਾਰ ਦੇ ਵਿੱਚ ਮਾਰਿਆ ਗਿਆ। ਉੱਥੇ ਵੀ ਸਵਾਲ ਇਹ ਖੜਾ ਹੋਇਆ ਸੀ ਕਿ ਕਾਤਲ ਕਿਵੇਂ ਮੂੰਹ ਬੰਨ ਕੇ ਪਿਸਤੌਲ ਲੈ ਕੇ ਉਸ ਬਾਜ਼ਾਰ ਤੱਕ ਆਏ ਤੇ ਮਾਰ ਕੇ ਫਿਰ ਉਸੇ ਬਾਜ਼ਾਰ ਥਾਣੀ ਪਿੱਛੇ ਮੁੜ ਗਏ, ਪੁਲਿਸ ਕਿੱਥੇ ਸੀ? ਤਾਂ ਇਹ ਵੀ ਸਵਾਲ ਇੱਥੇ ਖੜਾ ਹੁੰਦਾ ਕਿ ਇੰਨਾ ਚਿਰ ਸਾਰਾ ਕੁਛ ਚੱਲਦਾ ਰਿਹਾ, ਚੰਡੀਗੜ੍ਹ ਦੇ ਵਿੱਚ ਤੇ ਪੈਟਰੋਲਿੰਗ ਬੜੀ ਹੈ ਪੁਲਿਸ ਦੀ, ਤਾਂ ਪੁਲਿਸ ਕਿਉਂ ਨਹੀਂ ਉੱਥੇ ਆਈ? ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਉਹ ਇਸ ਕਤਲ ਨਾਲ ਜੁੜੀ ਇਹ ਸਾਹਮਣੇ ਆ ਰਹੀ ਹੈ ਕਿ ਇਸ ਵਿਅਕਤੀ ਦੇ, ਸਤਨਾਮ ਸਿੰਘ ਦੇ ਭਰਾ ਦਾ ਵੀ ਕਤਲ ਹੋਇਆ ਸੀ ਥੋੜਾ ਸਮਾਂ ਪਹਿਲਾਂ, 2013 ਦੀ ਗੱਲ ਹੈ ਸ਼ਾਇਦ। ਨਿਸ਼ਾਨਾ ਸੀ, ਉਹ ਵੀ ਕਤਲकांड ਬੜਾ ਮਸ਼ਹੂਰ ਸੀ। ਉਹਦੀ ਗਵਾਹੀ ਸੀ 2-4 ਦਿਨ ਬਾਅਦ। ਸ਼ਾਇਦ ਹੋ ਸਕਦਾ ਕਿ ਉਸ ਗਵਾਹੀ ਨੂੰ ਰੋਕਣ ਲਈ, ਕਿਉਂਕਿ ਇਹ ਮੁਲਤਾਨੀ ਗਵਾਹ ਸੀਗਾ, ਇਸ ਗਵਾਹੀ ਦੇ ਸਿਰ ਤੇ ਉਹ ਸਾਰੇ ਕੇਸ ਦਾ ਨਿਬੇੜਾ ਹੋਣਾ ਸੀ। ਹੋ ਸਕਦਾ ਕਿ ਉਸ ਗਵਾਹੀ ਨੂੰ ਖਤਮ ਕਰਨ ਲਈ ਇਸ ਗਵਾਹ ਨੂੰ ਖਤਮ ਕੀਤਾ ਹੋਇਆ ਗਿਆ ਹੋਵੇ। ਦੂਜੀ ਗੱਲ ਇਹ ਹੈ ਕਿ ਟਰੱਕ ਯੂਨੀਅਨ ਦਾ ਵੀ ਰੇੜਕਾ ਸਾਹਮਣੇ ਆਉਂਦਾ ਪਿਆ। ਦੇਰ ਸ਼ਾਮ ਅੱਜ ਇੱਕ ਅਖਬਾਰ ਨੇ ਇਹ ਵੀ ਖੁਲਾਸਾ ਕਰ ਦਿੱਤਾ ਕਿ ਇਸ ਕਤਲकांड ਦੇ ਪਿੱਛੇ ਵਿੱਕੀ ਕਾਉਂਟਰ ਗੈਂਗ ਦਾ ਹੱਥ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਕਈ ਸਾਨੂੰ ਪ੍ਰਤੀਕਿਰਿਆਵਾਂ ਮਿਲਦੀਆਂ ਪਈਆਂ ਚੁਫੇਰਿਓਂ। ਪਰ ਇੱਕ ਜਿਹੜੀ ਕਾਮਨ ਗੱਲ ਆ ਉਹ ਇਹ ਆ ਕਿ ਦੇਖੋ, ਇਸ ਮੁਲਕ ਦੇ ਵਿੱਚ, ਇਸ ਸਟੇਟ ਦੇ ਵਿੱਚ ਔਰ ਇਸ ਸਟੇਟ ਦੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਬੰਦਾ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਮਹਿਫੂਜ਼ ਹਾਂ। ਅਸੀਂ ਜੇ ਆਖੀਏ ਕਿ ਕਾਨੂੰਨ ਸਾਡੀ ਹਿਫਾਜ਼ਤ ਕਰਦਾ ਪਿਆ, ਪੁਲਿਸ ਅਮਲਾ ਸਾਨੂੰ ਮਹਿਫੂਜ਼ ਰੱਖ ਰਿਹਾ, ਇਹ ਗੱਲ ਝੂਠੀ ਹੈ। ਅਸੀਂ ਕਾਤਲਾਂ ਦੇ ਰਹਿਮੋ ਕਰਮ ਤੇ ਜੀ ਰਹੇ ਹਾਂ ਕਿ ਉਹ ਹਾਲੇ ਸਾਨੂੰ ਜਿੰਦਾ ਛੱਡਦੇ ਪਏ। ਜਿੱਦਣ ਵੀ ਕੋਈ ਆ ਗਿਆ ਇਸ ਤਰ੍ਹਾਂ, ਨਾ ਕਾਨੂੰਨ ਨਜ਼ਰ ਆਉਂਦਾ ਨਾ ਪੁਲਿਸ ਨਜ਼ਰ ਆਉਂਦੀ ਹੈ। ਜੀ ਜੀ ਮਿੰਟੂ ਜੀ, ਜੇ ਅਗਲੀ ਗੱਲ ਕਰੀਏ ਹਨੇਰਗੜ੍ਹ ਦੀ, ਪੰਜਾਬ ਦੇ ਵਿੱਚ ਐਸੀ ਹੈ ਵੀ ਇੱਕ ਜਿਹੜਾ ਨਸ਼ਾ ਛਡਾਊ ਕੇਂਦਰ ਸੀ ਉਹ 'ਚੋਂ ਨਸ਼ੇ ਦਾ ਹੀ ਰੈਕਟ ਚੱਲ ਰਿਹਾ ਸੀ, ਤੇ ਦੂਜਾ ਇਹ ਵੀ ਪੁਲਿਸ ਵਾਲੇ ਚਲਾ ਰਹੇ ਸੀ। ਇਹ ਤੇ ਪਹਿਲਾ ਜਿਹੜਾ ਹੈਗਾ ਹੈ ਨਾ ਨਸ਼ਾ ਛਡਾਊ ਕੇਂਦਰ ਵਾਲਾ, ਇਹਦੇ 'ਚ ਵੀ ਇੱਕ ਬੜਾ ਦਿਲਚਸਪ ਪੇਚ ਹੈ। ਪੇਚ ਇਹ ਹੈ ਕਿ ਇੱਕ ਬੀਬੀ ਸੀ, ਉਹਦੇ ਘਰ ਵਾਲਾ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ, ਤੇ ਉਹਦੇ ਤੱਕ ਨਸ਼ਾ ਪੁੱਜਦਾ ਕਰਦੀ ਸੀ। ਨਸ਼ਾ ਛਡਾਊ ਕੇਂਦਰ 'ਚ ਉਹ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਲਿਆਉਂਦੀ ਸੀ ਤੇ ਜੇਲ੍ਹ ਤੱਕ ਪੁੱਜਦਾ ਕਰਦੀ ਸੀ। ਪਰ ਜੇਲ੍ਹ ਦੇ ਵਿੱਚ ਜਿਹੜਾ ਉਹਦਾ ਪਤੀ ਸੀ ਉਹਦੇ ਤੱਕ ਪਹੁੰਚਾਉਂਦਾ ਜੇਲ੍ਹ ਦਾ ਵਾਰਡਨ ਸੀ। ਜੇਲ੍ਹ ਦਾ ਵਾਰਡਨ ਰਲਿਆ ਹੋਇਆ ਸੀ, ਉਹ ਹਿੱਸਾ ਪੱਤੀ ਲੈਂਦਾ ਸੀ ਗੋਲੀਆਂ ਦੇ ਹਿਸਾਬ ਨਾਲ, ਆਪਦਾ ਕਮਿਸ਼ਨ ਅੱਡ ਗਿਣ ਕੇ ਜੇਲ੍ਹ 'ਚ ਪਾ ਲੈਂਦਾ ਤੇ ਮੁੜ ਕੇ ਮਾਲ ਗੱਡੀ ਬਣ ਜਾਂਦਾ। ਉਹ ਮਾਲ ਟਿਕਾਣੇ ਲਾ ਕੇ ਫੇਰ ਗੇੜਾ ਲਾ ਜਾਂਦਾ। ਸੋ ਇਸ ਤਰ੍ਹਾਂ ਚੱਲਦਾ ਸੀ ਬਹੁਤ ਲੰਬੇ ਸਮੇਂ ਤੋਂ। ਉਹ ਇੱਕ ਦਿਨ ਜੇਲ੍ਹ ਵਾਰਡਨ ਹੈ ਜਿਹੜਾ ਉਹ ਥੰਮਿਆ ਗਿਆ। ਜਦੋਂ ਉਹਦੇ ਤੋਂ ਪੁੱਛ ਪੜਤਾਲ ਕੀਤੀ ਗਈ ਤੇ ਉਹਨੇ ਨਾਂ ਲੈਤਾ ਬੀਬੀ ਦਾ ਕਿ ਉਸ ਬੀਬੀ ਤੋਂ ਮੈਂ ਤੇ ਇੰਨਾ ਹਿੱਸਾ ਪੱਤੀ ਲੈਣਾ ਤੇ ਉਹਦੀ ਇਵਜ਼ ਦੇ ਵਿੱਚ ਮੈਂ ਜਾ ਕੇ ਉਹ ਸਾਰਾ ਸਮਾਨ ਦੇਣਾ। ਬੀਬੀ ਨੂੰ ਜਦੋਂ ਹਿਰਾਸਤ 'ਚ ਲਿਆ ਗਿਆ ਤੇ ਉਹਨੇ ਨਾਂ ਲੈਤਾ ਕਿ ਮੈਂ ਤੇ ਫਲਾਣੇ ਨਸ਼ਾ ਛਡਾਊ ਕੇਂਦਰ 'ਚੋਂ ਗੋਲੀਆਂ ਲੈ ਕੇ ਆਉਣੀਆਂ। ਖੁੱਡਾ ਪਿੰਡ ਸੀ ਕੋਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਉਸ ਖੁੱਡੇ ਦੇ ਵਿੱਚ ਬਹੁਤ ਸਾਰਾ ਸਮਾਨ ਰੱਖੀ ਬੈਠੇ ਸਨ। ਜਾ ਕੇ ਪੁਲਿਸ ਨੇ ਰੇਡ ਕੀਤੀ ਤੇ 40-45 ਹਜ਼ਾਰ ਗੋਲੀ ਦੱਸਦੇ ਆ ਫੜੀ ਗਈ, ਜਿਹੜੀ ਨਸ਼ਾ ਛਡਾਊ ਕੇਂਦਰ ਦੇ ਨਾਂ ਤੇ ਉੱਥੇ ਰੱਖੀ ਗਈ ਸੀ, ਉਹ ਫੜੇ ਗਏ। ਪਰ ਕਮਾਲ ਦੀ ਗੱਲ ਆ ਕਿ ਕੱਲ ਲੁਧਿਆਣੇ ਦੇ ਵਿੱਚੋਂ ਵੀ 2 ਪੁਲਿਸ ਵਾਲੇ ਫੜੇ ਗਏ। 2 ਪੁਲਿਸ ਵਾਲਿਆਂ 'ਚ ਵੀ ਹਨੇਰਗਰਦੀ ਇਹ ਸੀ ਕਿ ਇੱਕ ਨਸ਼ਾ ਵਿਰੋਧੀ ਦਸਤੇ ਦਾ ਮੈਂਬਰ ਸੀ, ਜਿਹੜੇ ਨਸ਼ੇ ਫੜਦੇ ਫਿਰਦੇ ਸਨ। ਹੁਣ ਉਸ ਟੋਲੀ ਦਾ ਮੈਂਬਰ ਸੀਗਾ, ਉਹਨਾਂ ਦਾ ਕੰਮ ਚੰਗਾ ਸੀ, ਉਹ ਇੱਕ ਉਹਨਾਂ 'ਚੋਂ ਅਫਸਰ ਬਣ ਜਾਂਦਾ ਸੀ, ਦੂਜੇ 3-4 ਸਿਪਾਹੀਆਂ ਦੀਆਂ ਵਰਦੀਆਂ ਪਾ ਲੈਂਦੇ ਸਨ ਤੇ ਕਾਰ ਠੇਲ ਦਿੰਦੇ ਸੀ ਦਿੱਲੀ ਨੂੰ
ਦਿੱਲੀ ਚੋਂ ਮਾਲ ਪਤਾ ਲੱਦ ਕੇ ਨਾਲੇ ਤੇ ਮਾਲ ਢੋਂਦੇ ਆਉਂਦੇ ਤੇ ਨਾਲੇ ਰਸਤੇ ਦੇ ਵਿੱਚ ਜਿੱਥੇ ਕੋਈ ਨਾਕਾ ਆਉਂਦਾ ਉਹ ਸਲੂਟ ਮਰਵਾਉਂਦੇ ਉਹਨਾਂ ਤੋਂ, ਉਹ ਸਲੂਟ ਮਾਰ ਕੇ ਕਹਿੰਦੇ ਸਾਹਿਬ ਜੀ ਲੰਘ ਜਾਓ ਤੇ ਜਾਓ, ਦੂਜਿਆਂ ਨੂੰ ਅਸੀਂ ਚੈੱਕ ਕਰਦੇ ਹਾਂ। ਸੋ ਇਸ ਤਰ੍ਹਾਂ ਉਹ ਕੰਮ ਕਰਦੇ ਸਨ। ਕੁੰਵਰ ਵਿਜੇ ਪ੍ਰਤਾਪ ਇੱਥੇ ਕਮਿਸ਼ਨਰ ਆਇਆ, ਉਹਨੂੰ ਸ਼ਿਕਾਇਤ ਮਿਲੀ ਕਿ ਤੁਹਾਡੇ ਤੇ ਆਪਦੇ ਬੰਦੇ ਇਹੋ ਜਿਹਾ ਕੰਮ ਕਰਦੇ ਪਏ ਆ, ਔਰ ਨਾਲ ਕੱਲੀ ਉਹ ਤਸਕਰੀ ਨਹੀਂ ਵਸੂਲੀ ਵੀ ਕਰਦੇ ਆ ਜੀ, ਕਈ ਲੋਕਾਂ ਤੋਂ ਧੱਕੇ ਨਾਲ ਪੈਸੇ ਲੈਂਦੇ ਆ। ਸੋ ਉਹਦੀ ਪੜਤਾਲ ਕੀਤੀ ਕੁੰਵਰ ਵਿਜੇ ਪ੍ਰਤਾਪ ਦੇ ਹੁਕਮਾਂ ਤੇ, ਉਹ ਸਾਰੀ ਪੜਤਾਲ ਜਿਹੜੀ ਸੱਚੀ ਪਾਈ ਗਈ। ਉਹਨਾਂ ਦੀ ਤਲਾਸ਼ੀ ਲਈ ਐਨ ਮੌਕੇ ਤੇ ਉਹਨਾਂ ਕੋਲੋਂ ਵੀ ਹੈਰੋਇਨ ਫੜੀ ਗਈ। ਅਸੀਂ ਸੋਚਦੇ ਸਾਂ ਰਾਜਕਰਨਵੀਰ ਸਿੰਘ ਜੀ ਕਿ ਅਮਲੀਆਂ ਦੀਆਂ ਬਦਦੁਆਵਾਂ ਕਿਉਂ ਨਹੀਂ ਪੁਲਿਸ ਵਾਲਿਆਂ ਨੂੰ ਲੱਗਦੀਆਂ, ਪਰ ਹੁਣ ਸਮਝ ਦੇ ਵਿੱਚ ਆਇਆ ਕਿ ਜਿੰਨੀਆਂ ਕੋ ਬਦਦੁਆਵਾਂ ਪੁਲਿਸ ਵਾਲੇ ਖੱਟਦੇ ਆ, ਇਹਨਾਂ ਦੇ ਵਿੱਚੋਂ ਕੁਛ ਲੋਕ ਆ ਜਿਹੜੇ ਅਮਲੀਆਂ ਤੱਕ ਮਾਲ ਪਤਾ ਪੁੱਜਦਾ ਕਰਕੇ ਉਹਨੀਆਂ ਕੋਈ ਅਸੀਸਾਂ ਵੀ ਖੱਟ ਲੈਂਦੇ ਆ। ਹੁਣ ਜਿੱਦਾਂ ਮਾਹੌਲ ਬਣਦਾ ਪਿਆ, ਕੈਪਟਨ ਦਾ ਜਿਹੜਾ ਲੈਫਟੈਨੈਂਟ ਆ ਹਰਪ੍ਰੀਤ ਸਿੰਘ ਸਿੱਧੂ ਜਿਹੜਾ ਇਹਨਾਂ ਨੇ ਲਾਇਆ ਛੱਤੀਸਗੜ੍ਹ ਦੇ ਵਿੱਚੋਂ ਬੁਲਾਇਆ, ਜਿਹੜਾ STF ਦਾ ਮੁਖੀ ਆ ਨਸ਼ੇ ਵਿਰੁੱਧ ਜਿਹਨੇ ਲੜਨਾ, ਉਹ ਤੇ ਕਹਿੰਦਾ ਜੀ ਕਿ ਅਸੀਂ ਪਹਿਲਾਂ ਸਮਗਲਰ ਫੜਾਂਗੇ ਔਰ ਸਮਗਲਰਾਂ ਤੋਂ ਬਾਅਦ ਵਾਰੀ ਆਉਣੀ ਆ ਅਮਲੀਆਂ ਦੀ, ਜਿਹੜੇ ਨਾ ਹਟਣਗੇ ਫਿਰ ਅਸੀਂ ਉਹਨਾਂ ਨੂੰ ਲਾ ਕੇ ਥੋਕਾ ਤੁਹਾਨੂੰ ਚੁੱਕ ਲੈਣਾ। ਸੋ ਦੂਜੇ ਪਾਸੇ ਦੇਖੋ ਅਮਲੀਆਂ ਦੀ ਸੇਵਾ ਹੁੰਦੀ ਆ, ਉਹ ਸਾਡੇ ਤੇ ਪੰਜਾਬੀ ਚ ਜਿਵੇਂ ਆਂਦੇ ਹੁੰਦੇ ਆ ਨਾ ਕਿ ਮਾਂ ਦੀ ਸੌਂਕਣ ਧੀ ਦੀ ਸਹੇਲੀ, ਉਹ ਤੇ ਉਹਨਾਂ ਦੀ ਸੌਂਕਣ ਹੈ ਤੇ ਉਹ ਧੀ ਦੀ ਸਹੇਲੀ ਬਣੀ ਆ। ਉਹ ਕਹਿੰਦੇ ਕਿ ਅਸੀਂ ਇੱਥੇ ਨਾਮੋ ਨਿਸ਼ਾਨੀ ਨਹੀਂ ਛੱਡਣਾ, ਅਸੀਂ ਅਮਲੀ ਵੀ ਚੁੱਕ ਲੈਣੇ ਆ। ਤੇ ਉਹ ਦੇਖੋ ਬੰਦੇ ਆ ਜਿਹੜੇ ਅਮਲੀਆਂ ਤੱਕ ਸਿੱਧਾ ਮਾਲ ਵੀ ਪੁੱਜਦਾ ਕਰਦੇ ਆ ਤੇ ਆਪ ਕਮਾਈ ਵੀ ਕਰਦੇ, ਤਬਾਹੀ ਵੀ ਕਰਦੇ ਆ। ਅਸਲ ਦੇ ਵਿੱਚ ਸਭ ਤੋਂ ਜ਼ਰੂਰੀ ਕਦਮ ਜਿਹੜਾ ਚੁੱਕਣਾ ਚਾਹੀਦਾ ਸੀ, ਜਿਹੜਾ ਮੁੱਢਲਾ ਕਦਮ ਹੋਣਾ ਚਾਹੀਦਾ ਸੀ, ਉਹ ਇਹ ਹੋਣਾ ਚਾਹੀਦਾ ਸੀ ਕਿ ਇਹੋ ਜਿਹੀਆਂ ਕਾਲੀਆਂ ਭੇਟਾਂ ਦੀ ਪਹਿਲਾਂ ਨਿਸ਼ਾਨਦੇਹੀ ਕੀਤੀ ਜਾਂਦੀ ਪੁਲਿਸ ਜੀ ਜੀ, ਔਰ ਇਹਨਾਂ ਨੂੰ ਬਾਹਰ ਕਰਕੇ ਫਿਰ ਕਦਮ ਪੁੱਟਿਆ ਜਾਂਦਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿਸੇ ਥਾਣੇ ਦੇ ਵਿੱਚ 100 ਬੰਦਾ ਇਮਾਨਦਾਰ ਆ ਔਰ 100 ਬੰਦਾ ਹੀ ਚਾਹੁੰਦਾ ਕਿ ਇਸ ਜੜ ਨੂੰ ਪੁੱਟ ਦਈਏਗਾ, ਸਾਡੀਆਂ ਪੀੜ੍ਹੀਆਂ ਵੀ ਨੁਕਸਾਨੀਆਂ ਜਾਣਗੀਆਂ। ਪੁਲਿਸ ਵਾਲਿਆਂ ਦੇ ਮੁੰਡੇ ਕਿਹੜਾ ਕਿਸੇ ਹੋਰ ਗ੍ਰਹਿ ਤੇ ਰਹਿੰਦੇ ਆ, ਉਹ ਵੀ ਤੇ ਇੱਥੇ ਹੀ ਰਹਿੰਦੇ ਆ। ਸੋ ਅਸਰ ਤੇ ਉਹਨਾਂ ਤੇ ਵੀ ਪੈਂਦਾ। ਮੰਨ ਲਓ 100 ਬੰਦੇ ਦਿਲੋਂ ਤਿਆਰ ਵੀ ਹੋ ਜਾਣ ਤੇ ਉਹ ਕਹਿਣ ਕਿ ਫਲਾਣੀ ਥਾਂ ਤੇ ਆਪਾਂ ਅੱਜ ਆਹ ਕਾਰਵਾਈ ਕਰਨੀ ਆ, ਤੇ 100 ਦੇ ਵਿੱਚੋਂ ਇੱਕ ਬੰਦਾ ਇਹੋ ਜਿਹਾ ਹੋਵੇ ਜਿਹੜਾ ਉਧਰ ਰਲਿਆ ਹੋਵੇ ਤੇ ਉਹ ਸਾਰੀ CID ਪਾਸੇ ਜਾ ਕੇ ਦੇ ਦੇਵੇ ਕਿ ਅੱਜ ਤੇਰੇ ਘਰ ਇੰਨੇ ਵਜੇ ਰੇਡ ਵੱਜਣੀ ਆ, ਸਮਾਨ ਪਾਸੇ ਕਰ ਦੇ, ਬੇੜਾ ਗਰਕ ਹੋ ਗਿਆ ਨਾ। ਸੋ ਸਭ ਤੋਂ ਜ਼ਰੂਰੀ ਹੈ ਕਿ ਪਹਿਲਾਂ ਇਸ ਨੈਕਸਸ ਨੂੰ ਤੋੜਿਆ ਜਾਵੇ। ਜੀ ਜੀ ਤੇ ਮਿੰਟੂ ਜੀ, ਜਾਂਦੇ ਜਾਂਦੇ ਤੁਹਾਡੇ ਨਾਲ ਜੁੜੀ ਹੋਈ ਜਿਹੜੀ ਇੱਕ ਗੱਲ ਆ ਉਹ ਆਪਾਂ ਸਰੋਤਿਆਂ ਨਾਲ ਸ਼ੇਅਰ ਕਰਦੇ ਜਾਂਦੇ ਹਾਂ। ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੇ ਵੀ ਕਿੱਦਾਂ ਸਿੱਖਿਆ ਦੇ ਨਾਂ ਦੇ ਉੱਤੇ ਧੰਦਾ, ਗੋਰਖ ਧੰਦਾ ਹੀ ਕਹਿ ਸਕਦੇ, ਚੱਲ ਰਿਹਾ। ਜਿਹੜੀ ਤੁਸੀਂ ਅੱਜ ਸ਼ੇਅਰ ਕੀਤੀ ਸੀ ਵੀ ਜਦੋਂ ਤੁਸੀਂ ਦੇਖਿਆ ਵੀ ਤੁਹਾਨੂੰ ਪੰਜਾਬੀ ਭਾਸ਼ਾ ਦੇ ਪੇਪਰ ਦੇ ਵਿੱਚੋਂ ਫੇਲ ਕੀਤਾ ਗਿਆ ਤੇ ਬਾਅਦ 'ਚ RTI ਪਾ ਕੇ ਤੁਹਾਨੂੰ ਇਹ ਖੁਲਾਸਾ ਹੋਇਆ ਵੀ ਤੁਸੀਂ ਤੁਹਾਡੇ ਉਸ ਦੇ ਵਿੱਚ ਚੰਗੇ ਅੰਕ ਆਏ ਸੀਗੇ, ਪਾਸ ਸੀਗੇ। ਸੋ ਜ਼ਰੂਰ ਦੱਸਿਓ ਵੀ ਇਹ ਕਿੱਦਾਂ ਇਹ ਘਟਨਾ ਵਾਪਰੀ। ਦੇਖੋ, ਮੈਂ ਗ੍ਰੈਜੂਏਸ਼ਨ ਫਾਈਨਲ ਦੇ ਪੇਪਰ ਦਿੱਤੇ ਸੀਗੇ LPU ਦੇ ਥਰੂ ਜੀ, ਤੇ ਰਾਜਕਰਨਵੀਰ ਸਿੰਘ ਜੀ ਜਿਸ ਦਿਨ ਮੇਰਾ ਗ੍ਰੈਜੂਏਸ਼ਨ ਫਾਈਨਲ ਦਾ ਰਿਜ਼ਲਟ ਆਇਆ, ਸੱਚ ਜਾਣੋ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕੀ। ਮੈਂ 3 ਦਿਨ ਇਕੱਲਾ ਬੈਠਾ ਅੰਦਰੋਂ ਅੰਦਰ ਹੀ ਰੋਂਦਾ ਰਿਹਾ ਜੀ ਕਿ ਹੋ ਕੀ ਗਿਆ। ਕਿਉਂਕਿ ਦੇਖੋ ਪੰਜਾਬੀ ਦੇ ਵਿੱਚ ਹੀ ਮਹਾਰਤ ਆ ਮਾੜੀ ਮੋਟੀ, ਤੇ ਪੰਜਾਬੀ ਦੇ ਵਿੱਚੋਂ ਔਰ ਉਹ ਵੀ ਜਰਨਲ ਪੰਜਾਬੀ ਚੋਂ ਮੈਨੂੰ ਫੇਲ ਦਰਸਾਇਆ ਗਿਆ ਤੇ ਮਾਤਰ ਅੰਕ ਦਿੱਤੇ ਗਏ ਮੈਨੂੰ 13, ਜਦ ਕਿ ਮੇਰਾ ਪੇਪਰ ਹੱਥੋਂ ਸਿੱਟਿਆ 60 ਨੰਬਰ ਦਾ ਸੀ 80 ਚੋਂ ਜੀ। ਮੈਨੂੰ ਬਹੁਤ ਜ਼ਿਆਦਾ ਝੋਰਾ ਲੱਗਿਆ ਕਿ ਮੈਂ ਕਰਾਂ ਕੀ। ਫਿਰ ਮੈਂ ਤੇ ਮੇਰੀ ਵਾਈਫ ਨੇ ਸਲਾਹ ਕੀਤੀ ਕਿ ਅਸੀਂ ਕੁਛ ਨਾ ਕੁਛ ਤੇ ਕਰੀਏ, ਜੇ ਸਾਡੇ ਨਾਲ ਧੱਕਾ ਜ਼ਿਆਦਤੀ ਹੈ। ਸੋ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਕੀ ਇਹ ਚੀਜ਼ RTI ਦੇ ਦਾਇਰੇ ਚ ਆਉਂਦੀ ਹੈ। ਮੈਂ ਆਪਣੇ ਇੱਕ ਸੱਜਣ ਨੂੰ ਪੁੱਛਿਆ ਕਿ ਕੀ ਯੂਨੀਵਰਸਿਟੀ ਤੋਂ ਮੈਂ ਆਪਣੀ ਆਂਸਰ ਸ਼ੀਟ ਲੈ ਸਕਦਾ, ਕੀ ਮੇਰੇ ਅਧਿਕਾਰ ਖੇਤਰ ਚ ਆਉਂਦਾ। ਉਹ ਕਹਿੰਦਾ ਜੀ ਬਿਲਕੁਲ। ਫਿਰ ਮੈਂ RTI ਪਾਈ। ਉਹਨਾਂ ਨੇ ਪਹਿਲੀ RTI ਦਾ ਜਵਾਬ ਨਹੀਂ ਦਿੱਤਾ, ਮੈਨੂੰ ਉਹਨਾਂ ਨੇ ਭਟਕਾਉਣਾ ਚਾਹਿਆ, ਇਹ ਕਰੋ ਉਹ ਕਰੋ ਜੋ ਕਰੋ। ਪਰ ਮੈਂ ਬਾਅਦ ਦੇ ਵਿੱਚ ਫਿਰ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਸਾਫ਼ ਸ਼ਬਦਾਂ 'ਚ ਲਿਖ ਦਿੱਤਾ ਕਿ ਜੇ ਤੁਸੀਂ ਮੈਨੂੰ ਆਂਸਰ ਸ਼ੀਟ ਨਹੀਂ ਮੁਹੱਈਆ ਕਰਵਾ ਸਕਦੇ ਤੇ ਤੁਸੀਂ ਮੈਨੂੰ ਆਪਣੇ ਹੱਥ ਦਸਤੀ ਲਿਖਤ ਭੇਜ ਦਿਓ, ਕੋਈ ਚੱਕਰ ਨਹੀਂ ਹੈਗਾ, ਮੈਨੂੰ ਕੋਈ ਸਮੱਸਿਆ ਨਹੀਂ। ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਚੀੜਾ ਇਹਨੇ ਖੜਾ ਨਹੀਂ ਛੱਡਣਾ। ਉਹ ਆਂਸਰ ਸ਼ੀਟ ਉਹਨਾਂ ਨੇ ਭੇਜੀ ਕੱਲ, ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ। ਉਹ ਆਂਸਰ ਸ਼ੀਟ ਦੇ ਵਿੱਚ ਮੇਰੇ 50 ਨੰਬਰ ਲੱਗੇ ਹੋਏ ਆ। ਹਾਲੇ ਵੀ ਮੇਰੇ ਥੋੜੇ ਆ, ਮੈਂ ਮੰਨਦਾ ਕਿ ਮੇਰੇ ਥੋੜੇ ਆ, ਮੇਰੀ ਜਿੰਨੀ ਮਿਹਨਤ ਸੀਗੀ ਉਹਦੇ ਮੁਤਾਬਕ ਥੋੜੇ ਆ, ਪਰ ਫਿਰ ਵੀ ਕਿੱਥੇ 13 ਨੰਬਰ ਦਿੱਤੇ ਸੀਗੇ, ਕਿੱਥੇ ਰਾਤੋਂ ਰਾਤ ਮੈਨੂੰ 50 ਨੰਬਰ ਦਿੱਤੇ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਗਜਟ ਦਾ ਰਿਜ਼ਲਟ ਸੀਗਾ ਉਹ ਰਾਤੋਂ ਰਾਤ ਅਪਡੇਟ ਕੀਤਾ ਗਿਆ ਸਿਰਫ ਇੱਕ ਮੇਰੇ ਕਰਕੇ। ਮੇਰੇ ਨਾਂ ਅੱਗੇ
ਜਿਹੜਾ ਰੀਪੇਅਰ ਵਾਲਾ ਸ਼ਬਦ ਸੀਗਾ ਉਹਨੂੰ ਕੱਟ ਕੇ ਪਾਸ ਕੀਤਾ ਗਿਆ। ਜਿੱਥੇ ਮੇਰੇ ਪਹਿਲਾਂ 5.1 ਸੀਗੇ ਗ੍ਰੇਡ ਦੇ, ਉਹਨੂੰ ਰਾਤੋਂ ਰਾਤ 6 ਗ੍ਰੇਡ 'ਚ ਕਰਕੇ ਮੈਨੂੰ ਪਾਸ ਕਰ ਦਿੱਤਾ ਗਿਆ। ਔਰ ਸਾਰੇ ਉੱਥੋਂ ਦੇ ਸਾਡੇ ਜਿਹੜੇ ਰੀਜਨਲ ਸੈਂਟਰ ਵਾਲੇ ਸੀ ਉਹ ਵੀ ਹੈਰਾਨ ਸੀਗੇ ਕਿ ਜਿਨ੍ਹਾਂ ਨੇ ਰੀਵੈਲੂਏਸ਼ਨ ਭਰੀ ਹੈ ਉਹਨਾਂ ਦਾ ਵੀ ਹਾਲੇ ਤੱਕ ਰਿਜ਼ਲਟ ਕਲੀਅਰ ਨਹੀਂ ਕੀਤਾ, ਪਰ ਇੱਕ ਰਿਜ਼ਲਟ ਰਾਤੋਂ ਰਾਤ ਕਿਵੇਂ ਅਪਡੇਟ ਹੋ ਗਿਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਖੇਡ ਕੀ ਆ। ਖੇਡ ਦਰਅਸਲ ਇਹ ਆ, ਕੱਲੀ ਇਹ ਯੂਨੀਵਰਸਿਟੀ ਨਹੀਂ, ਹੋਰ ਵੀ ਹੋ ਸਕਦੀਆਂ ਕਿ ਜਿਹੜੇ ਫਾਈਨਲ 'ਚ ਵਿਦਿਆਰਥੀ ਚਲੇ ਗਏ ਆ ਉਹਨਾਂ ਦਾ ਇੱਕ ਪੇਪਰ ਰੱਖ ਲਓ। ਹੁਣ ਪਿਛਲੀ ਮਿਹਨਤ ਉਹ ਛੱਡਣ ਜੋਗੇ ਨਹੀਂ, ਨਾ ਗਾਂਹ ਜੋਗੇ ਨਾ ਪਿਛਾਂ ਜੋਗੇ। ਉਹ ਪੇਪਰ ਦੁਬਾਰਾ ਦੇਣਗੇ, ਜੇ ਦੁਬਾਰਾ ਦੇਣਗੇ ਤੇ ਮੱਥਾ ਤੁਹਾਨੂੰ ਫੇਰ ਟੇਕਣਗੇ। ਅਸਲ ਦੇ ਵਿੱਚ ਕਹਾਣੀਆਂ ਹੈ ਜੀ। ਨਹੀਂ ਬਿਲਕੁਲ ਜੀ, ਇਹ ਵਿਦਿਆਰਥੀਆਂ ਦੇ ਨਾਲ ਬਹੁਤ ਧੱਕਾ ਜਿਹੜਾ ਇਸ ਤਰੀਕੇ ਦੇ ਨਾਲ ਹੁੰਦਾ ਆ ਰਿਹਾ, ਹੋ ਵੀ ਰਿਹਾ ਆ। ਆਈ ਗੈਸ ਇਹ ਰਾਜ ਕਰਮਵੀਰ ਸਿੰਘ ਜੀ, ਮੈਂ ਮੈਸੇਜ ਵੀ ਦੇਣਾ ਚਾਹੂੰਗਾ, ਮੈਸੇਜ ਤਾਂ ਨਹੀਂ, ਅਪੀਲ ਹੀ ਕਰਨਾ ਚਾਹੂੰਗਾ ਕਿ ਤੁਸੀਂ ਆਪਣੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਬੱਚੇ ਤੁਹਾਡੇ ਜੇ ਉੱਧਰ ਪੜ੍ਹਦੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਇਸ ਗੱਲ ਦਾ ਖਾਸ ਧਿਆਨ ਰੱਖੋ। ਜਿੱਥੇ ਤੁਹਾਨੂੰ ਲੱਗਦਾ ਕਿ ਅਸੀਂ ਇੰਨੀ ਮਿਹਨਤ ਕੀਤੀ ਹੈ ਔਰ ਮੇਰਾ ਇੰਨਾ ਹੱਕ ਬਣਦਾ ਸੀ, ਮੇਰਾ ਹੱਕ ਕਿਤੇ ਨਾ ਕਿਤੇ ਰੱਖਿਆ ਜਾ ਰਿਹਾ, ਸੋ ਤੁਸੀਂ RTI ਜ਼ਰੂਰ ਪਾਓ। ਸਿਰਫ 150 ਰੁਪਇਆ ਲੱਗਣਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਨਾਲੇ ਇਹਨਾਂ ਨੂੰ ਕੰਨ ਹੋਣ ਲੱਗ ਪੈਣਗੇ ਜਿਵੇਂ ਜਿਵੇਂ ਵਿਦਿਆਰਥੀ RTI ਪਾਉਣਗੇ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ। ਤੇ ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨਾਂ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।